ਜਦੋਂ ਸਟੇਜ 4 ਕੈਂਸਰ ਦਾ ਨਾਮ ਆਉਂਦਾ, ਸਭ ਤੋਂ ਪਹਿਲੀ ਚੀਜ਼ ਇਹੀ ਪੁੱਛੀ ਸੀ ਕਿ ਜੋ ਮੇਰਾ ਸਵਾਲ ਸੀਗਾ, ਮੇਰੇ ਕੋਲ ਸਰਵਾਈਵਲ ਰੇਟ ਕਿੰਨਾ, ਮੇਰੇ ਬਚਣ ਦੇ ਚਾਂਸਸ ਕਿੰਨੇ ਆ। ਪੇਨ ਇੰਨੀ ਹੁੰਦੀ ਸੀਗੀ ਕਿ ਮੇਰੀ ਚੀਕਾਂ ਸੁਣ ਕੇ ਸਾਡੇ ਪੜੋਸੀ ਐਕਚੁਅਲ 'ਚ ਡਰ ਜਾਣ। ਬਿਨ ਪਾਣੀ ਦੇ ਮੱਛਲੀ ਦੀ ਤਰ੍ਹਾਂ ਜਿਵੇਂ ਤੜਫਦਾ ਬੰਦਾ, ਮੈਂ ਉੱਦਾਂ ਤੜਫਦੀ ਸੀਗੀ। ਤਬੀਅਤ ਇੰਨੀ ਜ਼ਿਆਦਾ ਖਰਾਬ ਹੋਣੀ ਸ਼ੁਰੂ ਹੋ ਗਈ ਕਿ ਪੇਨ ਬਰਦਾਸ਼ਤ ਤੋਂ ਬਾਹਰ ਹੋਣੀ ਸ਼ੁਰੂ ਹੋ ਗਈ, ਮੈਂ ਫੇਂਟ ਹੋਣਾ ਸ਼ੁਰੂ ਹੋ ਗਈ। ਸਭ ਕੁਝ ਆਪਾਂ ਕਰਕੇ ਦੇਖ ਲਿੱਤਾ, ਹੁਣ ਵਾਪਸ ਦਰਬਾਰ ਸਾਹਿਬ ਮੈਨੂੰ ਇੱਕ ਵਾਰੀ ਲੈ ਜਾਓ, ਮੱਥਾ ਟਿਕਾ ਦਿਓ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕੀ ਕਰਨਾ ਹੈਗਾ। ਬਟ ਦਰਬਾਰ ਸਾਹਿਬ ਆਉਂਦੇ ਸਾਰ ਜਿਵੇਂ ਇੱਕ ਤਸੱਲੀ ਜੀ ਮਿਲੀ ਕਿ ਮੈਨੂੰ ਹੋਰ ਕਿਤੇ ਜਾਣ ਦੀ ਭਟਕਣ ਦੀ ਲੋੜ ਨਹੀਂ ਹੈਗੀ। ਜਦੋਂ ਫਲਾਣੇ ਕੋ ਮੈਡੀਸਿਨ ਲਈ ਹੈ ਜਾਂ ਫਲਾਣੇ ਜਗ੍ਹਾ ਤੇ ਜਾ ਕੇ ਨਤਮਸਤਕ ਹੋਏ ਤਾਂ ਸਾਡੀ ਬਿਮਾਰੀ ਨੂੰ ਮੋੜਾ ਪੈਣਾ ਸ਼ੁਰੂ ਹੋ ਗਿਆ। ਮਤਲਬ ਕਦੋਂ ਮੋੜਾ ਪੈਣਾ ਸ਼ੁਰੂ ਹੋ ਗਿਆ? ਬਿਲਕੁਲ, ਮੈਂ ਇਹੀ ਕਹਾਂਗੀ, ਮੋੜਾ ਪੈਣਾ ਸ਼ੁਰੂ ਹੋ ਗਿਆ। ਦਵਾਈ ਸਰੀਰ ਨੂੰ ਲੱਗਣੀ ਸ਼ੁਰੂ ਹੋ ਗਈ। ਦਿਲ ਕਹਿੰਦਾ ਸੀਗਾ ਦਰਬਾਰ ਸਾਹਿਬ ਆਣਾ ਹੈ ਤੇ ਦਿਮਾਗ ਕਹਿੰਦਾ ਸੀ ਤੂੰ ਚੱਲ ਵੀ ਨਹੀਂ ਪਾਣਾ। ਬਟ ਫਿਰ ਵੀ ਮੈਂ ਕੋਸ਼ਿਸ਼ ਕੀਤੀ, ਰਿਕੁਐਸਟ ਕੀਤੀ ਆਪਣੇ ਘਰਦਿਆਂ ਨੂੰ, ਮੈਨੂੰ ਮੱਥਾ ਟਿਕਾ ਕੇ ਭਾਵੇਂ ਵਾਪਸ ਕਰ ਲੈ ਜਾਓ। ਇੱਕ ਉਹ ਕਹਿੰਦੇ ਬਣੀ ਹੋਈ ਸੀ ਪਿਓਨ ਕਿ ਮੈਂ ਆਣਾ ਹੀ ਆਣਾ ਹਰ ਰੋਜ਼। ਕਿਸੇ ਨੇ ਰੋਕਿਆ ਨਹੀਂ ਕਿ ਇਹ ਇੱਕ ਨਾਸਤਿਕਤਾ ਵਾਲੀ ਗੱਲ ਹੈ ਕਿ ਦਰਬਾਰ ਸਾਹਿਬ ਜਾ ਕੇ ਜਾਂ ਇਸ਼ਨਾਨ ਕੀਤੇ ਇਹ ਰੋਗ ਠੀਕ ਨਹੀਂ ਹੁੰਦੇ, ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਹੋਈਆਂ ਹੋਣੀਆਂ, ਤੇ ਉਦੋਂ ਫਿਰ ਆਪਣੇ ਮਨ ਨੂੰ ਸਟੇਬਲ ਕਿਵੇਂ ਰੱਖਿਆ? ਵੀਰ ਜੀ, ਸਾਰੇ ਤਰ੍ਹਾਂ ਦੇ ਲੋਕੀ ਕਹਿੰਦੇ ਮਿਲਦੇ ਆ। ਬਹੁਤ ਲੋਕੀ ਹੁੰਦੇ ਜਿਹੜੇ ਰੱਬ ਨੂੰ ਮੰਨਦੇ ਆ ਤੇ ਬਹੁਤ ਲੋਕੀ ਹੁੰਦੇ ਜਿਹੜੇ ਨਹੀਂ ਇਹਨਾਂ ਚੀਜ਼ਾਂ ਨੂੰ ਮੰਨਦੇ। ਬਟ ਲੱਕੀਲੀ ਮੇਰੀ ਫੈਮਿਲੀ ਨੇ ਮੈਨੂੰ ਪੂਰਾ ਸਪੋਰਟ ਕੀਤਾ। ਸਵੇਰੇ अर्ਲੀ ਮਾਰਨਿੰਗ 5 ਵਜੇ ਆਉਂਦੀ ਹੁੰਦੀ ਸੀਗੀ, ਆ ਕੇ ਮੱਥਾ ਟੇਕਦੀ ਸੀ। ਮੇਰੀ ਡਾਟਰ 7 ਸਾਲ ਦੀ, ਉਹ ਮੇਰੇ ਨਾਲ ਆਉਂਦੀ ਹੁੰਦੀ ਸੀਗੀ। ਇੱਕ ਸਿੰਪਲ ਜੀ ਚੀਜ਼ ਹੈ, ਜਿਸ ਜਗ੍ਹਾ ਤੇ ਹਰ ਟਾਈਮ 24 ਘੰਟੇ ਪਾਠ ਚੱਲਦਾ ਹੈ, ਲੋਕੀ ਇੰਨੀਆਂ ਅਰਦਾਸਾਂ ਲੈ ਕੇ ਆਉਂਦੇ ਆ, ਇੰਨੀ ਰੂਹ ਕਹਿੰਦੇ ਖਿੜ ਜਾਂਦੀ ਹੈ ਦਰਬਾਰ ਸਾਹਿਬ ਪੈਰ ਰੱਖਦੇ ਸਾਰੀ। ਤੇ ਉੱਥੋਂ ਦਾ ਮੈਂ ਕਹਿੰਦੀ ਹਾਂ ਚਰਨ ਧੂੜ ਵੀ ਬਹੁਤ ਵੱਡੀ ਚੀਜ਼ ਆ, ਸਿਰ ਮੱਥੇ ਲੱਗ ਜਾਏ। ਉੱਥੋਂ ਦੀ ਸੇਵਾ ਬਹੁਤ ਵੱਡੀ ਚੀਜ਼ ਆ। ਉੱਥੋਂ ਦਾ ਅੰਮ੍ਰਿਤ ਨੂੰ ਮੈਂ ਐਜ਼ ਅ ਦਵਾਈ ਦੀ ਤਰ੍ਹਾਂ ਮੈਂ ਮੰਨ ਕੇ ਚੱਲਿਆ। ਮੰਨੋ ਤੇ ਕਹਿੰਦੇ ਰੱਬ ਮਿਲਦਾ, ਮੈਂ ਉਹਨੂੰ ਦਵਾਈ ਨਹੀਂ, ਮੈਂ ਉਹਨੂੰ ਅੰਮ੍ਰਿਤ ਮੰਨ ਕੇ ਚੱਲਿਆ। ਇੰਨੇ ਲੋਕਾਂ ਦੇ ਮੈਸੇजेस ਇੰਨੇ ਆ ਰਹੇ ਹੈ ਕਿ ਉਹਨਾਂ ਨੂੰ ਜਰਨੀ ਮੇਰੀ ਸਾਰੇ ਇੰਟਰਵਿਊ ਦੇਖ ਕੇ ਇੱਕ ਉਮੀਦ ਬਣੀ ਹੈ। ਕਹਿੰਦੇ ਕਿਸੇ ਦਾ ਜ਼ਿਆਦਾ ਦੁੱਖ ਦੇਖ ਕੇ ਆਪਣਾ ਦੁੱਖ ਛੋਟਾ ਲੱਗਦਾ, ਤੇ ਮੈਨੂੰ ਲੋਕੀ ਕਹਿੰਦੇ ਆ ਕਿ ਤੁਸੀਂ ਜੇ ਐਡੀ ਮਾੜੀ ਕੰਡੀਸ਼ਨ ਚੋਂ ਨਿਕਲ ਸਕਦੇ ਹੋ, ਸਾਡਾ ਦੁੱਖ ਦੇ ਅੱਗੇ ਕੁਝ ਵੀ ਨਹੀਂ ਲੱਗਦਾ। ਸਾਨੂੰ ਇੱਕ ਹਿੰਮਤ ਮਿਲਦੀ ਆ। ਸੋ ਰਹਿਮਤ ਟੀਵੀ ਦੇਖ ਰਹੇ ਹੋ ਦੋਸਤੋ, ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਹਾਂ, ਔਰ ਅੱਜ ਇੱਕ ਕੈਂਸਰ ਡੇ ਵੀ ਹੈ। ਕੈਂਸਰ ਡੇ ਨੂੰ ਲੈ ਕੇ ਮੇਰੇ ਨਾਲ ਮੈਡਮ ਗੁਰਵਿੰਦਰ ਕੌਰ ਮੌਜੂਦ ਨੇ, ਜਿਨ੍ਹਾਂ ਨੇ ਹਾਲ ਹੀ ਵਿੱਚ ਕੈਂਸਰ ਵਰਗੀ ਨਾਮਰਾਦ ਬਿਮਾਰੀ ਨੂੰ ਪਛਾੜ ਕੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਆਪਣੇ ਘਰ ਪਰਿਵਾਰ ਵਿੱਚ ਵਾਪਸੀ ਕੀਤੀ ਹੈ, ਔਰ ਨਵਾਂ ਜੀਵਨ ਲੈ ਕੇ, ਨਵੀਆਂ ਖੁਸ਼ੀਆਂ ਲੈ ਕੇ, ਨਵੀਆਂ ਆਸਾਂ ਤੇ ਉਮੀਦਾਂ ਲੈ ਕੇ ਆਪਣੇ ਪਰਿਵਾਰ ਨੂੰ ਅੱਗੇ ਤੋਰਨ ਵਿੱਚ ਨਵੇਂ ਕਦਮ ਪੁੱਟ ਰਹੇ ਨੇ। ਗੱਲਬਾਤ ਕਰਕੇ ਜਾਣਦੇ ਹਾਂ ਕਿ ਕਿਹੋ ਜਿਹਾ ਸਫ਼ਰ ਉਹਨਾਂ ਦਾ ਰਿਹਾ। ਮੈਡਮ ਸਵਾਗਤ ਹੈ ਪਹਿਲਾਂ ਸਾਡੇ ਨਾਲ ਜੁੜਨ। ਜੀ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੇਰਾ ਪਹਿਲਾ ਹੀ ਸਵਾਲ ਹੈ ਕਿ ਮੈਂ ਤੁਹਾਡੀਆਂ ਇੰਟਰਵਿਊ ਦੇਖਦਾ ਪਿਆ ਸਾਂ, ਤੁਸੀਂ ਕਿਹਾ ਕਿ ਬੜਾ ਵਧੀਆ ਹੈਲਦੀ ਮੇਰੀ ਡਾਈਟ ਸੀ, ਫਿਰ ਕੀ ਕਾਰਨ ਲੱਭੇ ਤੁਸੀਂ ਕਿ ਜਿਹੜੀ ਨਾਮਰਾਦ ਬਿਮਾਰੀ ਹੈ ਕਦੋਂ ਤੇ ਕਿਵੇਂ ਜੁੜ ਗਈ? ਵੀਰ ਜੀ, ਸਭ ਤੋਂ ਪਹਿਲੇ ਤੇ ਮੈਂ ਇਹੀ ਦੱਸਣਾ ਚਾਹਾਂਗੀ, ਕੈਂਸਰ ਦਾ ਕਿਉਂ ਹੁੰਦਾ ਹੈ ਇਹਦਾ ਜਵਾਬ ਡਾਕਟਰਸ ਕੋਲ ਔਰ ਸਾਇੰਟਿਸਟ ਕੋਲ ਵੀ ਨਹੀਂ ਹੈਗਾ। ਬਹੁਤ ਸਾਰੀ ਸਟੱਡੀਜ਼ ਹੋਈਆਂ ਨੇ ਕਿ ਪੋਸੀਬਿਲਿਟੀ ਹੈ ਇਸ ਵਜ੍ਹਾ ਨਾਲ ਹੋ ਸਕਦਾ। ਹੁਣ ਮੈਂ ਇੱਕ ਸਿੰਪਲ ਜਿਹਾ ਸਵਾਲ ਪੁੱਛਾਂਗੀ ਕਿ ਅੱਜ ਦੀ ਡੇਟ ਦੇ ਵਿੱਚ 2-3 ਸਾਲ ਦੇ ਬੱਚਿਆਂ ਨੂੰ ਵੀ ਹੁੰਦਾ ਪਿਆ ਜਿਹੜਾ ਸਿਰਫ ਮਾਂ ਦੇ ਦੁੱਧ ਦੀ ਡਾਈਟ ਤੇ ਆ। ਹੁਣ ਤੁਸੀਂ ਕਿ ਉਹਦੀ ਮਾਂ ਨੂੰ ਵੀ ਕੁਐਸਚਨ ਕਰੋਗੇ ਕਿ ਉਹ ਮਾਂ ਕੀ ਖਵਾਉਂਦੀ ਸੀਗੀ, ਕੀ ਪਿਆਉਂਦੀ ਸੀਗੀ। ਸੋ ਇਹ ਕੁਐਸਚਨ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਮੈਨੂੰ ਪੁੱਛਿਆ ਗਿਆ ਕਿ ਜੇ ਤੁਸੀਂ ਹੈਲਦੀ ਡਾਈਟ ਖਾਂਦੇ ਸੀਗੇ ਤਾਂ ਤੁਹਾਨੂੰ ਕੈਂਸਰ ਕਿਉਂ ਹੋ ਗਿਆ। ਰੀਜ਼ਨ ਨਹੀਂ ਹੈ ਕਿ ਕਿਉਂ ਹੋਇਆ, ਬਟ ਮੈਂ ਇਹ ਕਹਿ ਸਕਦੀ ਹਾਂ ਹੋ ਸਕਦਾ ਹੈ ਕਿ ਮੇਰੀ ਹੈਲਦੀ ਡਾਈਟ ਇੱਕ ਬਹੁਤ ਵੱਡਾ ਰੋਲ ਪਲੇ ਕੀਤਾ ਕਿ ਮੈਂ ਜਲਦੀ ਹੀਲ ਕਰ ਗਈ, ਮੈਂ ਛੇਤੀ ਰਿਕਵਰ ਕਰ ਗਈ। ਔਰ ਕੀਮੋ ਦੇ ਦੌਰਾਨ ਵੀ ਮੈਂ ਆਪਣੀ ਪ੍ਰੋਪਰ ਡਾਈਟ ਦਾ ਧਿਆਨ ਦਿੱਤਾ, ਕਿਉਂਕਿ ਕਹਿੰਦੇ ਦਵਾਈ ਤੋਂ ਜ਼ਿਆਦਾ ਇੰਪੋਰਟੈਂਟ ਤੁਸੀਂ ਜੋ ਖਾਂਦੇ ਹੋ ਉਹ ਤੁਹਾਡੇ ਸਰੀਰ ਨੂੰ ਲੱਗਦਾ। ਤੇ ਮੇਰੇ ਡਾਕਟਰ ਨੇ ਕੋਈ ਰਿਸਟ੍ਰਿਕਸ਼ਨ ਨਹੀਂ ਰੱਖੀ ਸੀਗੀ ਮੇਰੇ ਲਈ ਕਿ ਤੁਸੀਂ ਇਹ ਖਾ ਸਕਦੇ ਹੋ ਨਹੀਂ ਖਾ ਸਕਦੇ। ਉਹ ਮੇਰੇ ਲਈ ਬਹੁਤ ਈਜ਼ੀ ਹੋਇਆ ਅੰਡਰਸਟੈਂਡ ਕਰਨਾ ਕਿ ਮੈਨੂੰ ਉਸ ਟਾਈਮ ਪਚਦਾ ਕੀ ਪਿਆ, ਉਸ ਹਿਸਾਬ ਨਾਲ ਮੈਂ ਆਪਣੀ ਡਾਈਟ ਫੋਲੋ ਕੀਤੀ ਸੀ। ਜਦੋਂ ਕੋਈ ਵੀ ਰੋਗ ਸਾਡੇ ਸਰੀਰ ਨੂੰ ਲੱਗਦਾ ਤਾਂ ਅਸੀਂ ਸਭ ਤੋਂ ਪਹਿਲਾਂ ਦਰਵਾਜ਼ਾ ਮੈਡੀਕਲ ਡਾਕਟਰ ਦਾ ਖੜਕਾਉਂਦੇ ਹਾਂ, ਉਦੋਂ ਫਿਰ ਕਿਸ ਵੱਲ ਨੂੰ ਰੁਖ ਕੀਤਾ ਆਪਾਂ ਪਹਿਲਾਂ? ਸੁਵੀਰ ਜੀ, ਮੈਂ ਪਹਿਲਾ ਦਰਵਾਜ਼ਾ ਦਰਬਾਰ ਸਾਹਿਬ ਦਾ ਹੀ ਖੜਕਾਇਆ ਸੀਗਾ। ਮੈਂ ਮੈਡੀਕਲ ਸਾਇੰਸ ਬਾਰੇ ਬਾਅਦ ਚ ਗਈ ਸੀਗੀ
ਕਿਉਂਕਿ ਕਹਿੰਦੇ ਰੋਸ ਵੀ ਰੱਬ ਦੇ ਨਾਲ ਤੇ ਪਿਆਰ ਵੀ ਰੱਬ ਦੇ ਨਾਲ ਸਾਰਾ ਕੁਝ। ਕਿ ਮੈਂ ਆਪਣੀ ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਮੇਰੇ ਡੈਡ ਪੂਰੇ ਹੋ ਗਏ ਸੀ, ਮੈਂ 9 ਸਾਲ ਦੀ ਸੀਗੀ ਉਦੋਂ ਦੀ। ਮੇਰੇ ਲਈ ਮੇਰਾ ਰੱਬ ਹੀ ਮੇਰਾ ਪਿਓ ਹੈ, ਮੇਰਾ ਸਭ ਕੁਝ ਹੈ। ਤੇ ਮੈਂ ਆ ਕੇ ਇਹ ਨਹੀਂ ਕਹਾਂਗੀ ਕਿ ਮੈਨੂੰ ਬੁਰਾ ਨਹੀਂ ਲੱਗਿਆ ਸੀਗਾ, ਮੈਂ ਲੜੀ ਨਹੀਂ। ਆ ਕੇ ਮੈਂ ਰੋਜ਼ ਜ਼ਰੂਰ ਕੀਤਾ ਸੀਗਾ ਕਿ ਇਹ ਨਹੀਂ ਕਿ ਮੇਰੇ ਕੋਲ ਸਵਾਸ ਘੱਟ ਹੈਗੇ ਨੇ, ਇਹ ਰੋਜ਼ ਕੀਤਾ ਕਿ ਮੇਰੀ ਡਾਟਰ ਦਾ ਕੀ ਹੋਏਗਾ। ਆਪਾਂ ਤੇ ਕਿਸੇ ਤਰੀਕੇ ਬਚਪਨ ਆਪਣਾ ਕੱਟ ਲਿੱਤਾ, ਬਟ ਮੈਂ ਨਹੀਂ ਚਾਹੁੰਦੀ ਸੀ ਮੇਰੀ ਡਾਟਰ ਨੂੰ ਵੀ ਉਹੀ ਚੀਜ਼ ਉਹੀ ਫੇਜ਼ ਤੋਂ ਨਿਕਲਣਾ ਹੋਏ। ਤੇ ਅਰਦਾਸ ਇੰਨੀ ਕੁ ਕੀਤੀ ਸੀਗੀ ਕਿ ਇੰਨੇ ਕੁ ਸਵਾਸ ਬਖਸ਼ ਦੋ ਕਿ ਮੈਂ ਆਪਣੀ ਬੇਟੀ ਦੀ ਅੱਛੀ ਪਰਵਰਿਸ਼ ਕਰ ਸਕਾਂ, ਉਹਨੂੰ ਉਹ ਨਾ ਚੱਲਣਾ ਪਵੇ ਜੋ ਮੈਂ ਚੱਲਿਆ। ਇੰਨੀ ਆਸਥਾ ਤੇ ਸ਼ਰਧਾ ਕਿੱਥੋਂ ਲੈ ਕੇ ਆਏ ਤੁਸੀਂ? ਇੰਨੀ ਮੈਂ ਕਹਿੰਦੀ ਆ ਨਾ, ਜਿੰਨਾ ਕਹਿੰਦੇ ਗੁੜ ਪਾਓ ਉਨਾ ਮਿੱਠਾ ਹੁੰਦਾ ਜਾਂਦਾ। ਤੇ ਦਰਬਾਰ ਸਾਹਿਬ ਤੇ ਕਾਫੀ ਟਾਈਮ ਤੋਂ ਮੈਂ ਡੇਲੀ ਸੇਵਾ ਤੇ ਆਉਂਦੀ ਸੀਗੀ। ਰਾਤੀ ਜਿਹੜੀ ਸੁੱਖੀ ਸੇਵਾ ਹੁੰਦੀ ਹੈ ਰੋਜ਼ ਆਨ ਕਰਕੇ ਉਹ ਇੱਕ ਅਟੈਚਮੈਂਟ ਹੋ ਜਾਂਦੀ ਹੈ ਕਿ ਤੁਸੀਂ ਅਗਰ ਇੱਕ ਦਿਨ ਵੀ ਨਹੀਂ ਆਉਂਦੇ ਤਾਂ ਤੁਹਾਨੂੰ ਏਦਾਂ ਲੱਗਦਾ ਹੈ ਕਿ ਅੱਜ ਦਾ ਦਿਨ ਵੇਸਟ ਹੋ ਗਿਆ। ਤੇ ਮੈਨੂੰ ਲੱਗਦਾ ਕਿ ਉਹੀ ਰੀਜ਼ਨ ਸੀਗਾ ਕਿ ਮੇਰੀ ਸ਼ਰਧਾ ਬਹੁਤ ਜ਼ਿਆਦਾ ਪੱਕੀ ਸੀ, ਮਜ਼ਬੂਤ ਸੀ। ਜਦੋਂ ਮੈਨੂੰ ਪਤਾ ਲੱਗਿਆ ਜਿੱਥੇ ਘਰ ਸਾਰੇ ਜਾਣੇ ਰੋ ਰਹੇ ਸੀਗੇ, ਮੇਰੇ ਮੂੰਹ ਚੋਂ ਪਹਿਲਾ ਵਰਡ ਇੱਕ ਨਿਕਲਿਆ ਸੀਗਾ ਕਿ ਜਿੰਨੇ ਦਿੱਤਾ ਮੈਨੂੰ ਠੀਕ ਉਹ ਨਹੀਂ ਕਰਨਾ। ਇੱਕ ਮੈਂ ਹੋਰ ਸਵਾਲ ਕਰਨਾ ਚਾਹੁੰਦਾ ਕਿ ਜਦੋਂ ਇਹ ਤੁਸੀਂ ਬਿਮਾਰੀ ਦੀ ਲਪੇਟ ਵਿੱਚ ਆਏ ਹੋ ਤੇ ਕੀ ਮੂਵਮੈਂਟਸ ਤੁਸੀਂ ਬੋਡੀ ਦੇ ਵਿੱਚ ਫੀਲ ਕੀਤੀਆਂ? ਵਿੱਚ ਉਸ ਟਾਈਮ ਮੈਨੂੰ ਰੈਕਟਮ ਚੋਂ ਬਲੀਡ ਹੁੰਦਾ ਸੀਗਾ ਐਂਡ weight loss ਹੋਇਆ ਸੀਗਾ ਮੇਰਾ ਮੇਜਰ 10 ਕਿਲੋ। ਹੁਣ ਜਦੋਂ weight loss ਹੁੰਦਾ ਆਪਾਂ ਯੂਜੂਅਲੀ, ਮੈਂ ਲੇਡੀਜ਼ ਦੀ ਗੱਲ ਕਰਾਂ, ਆਪਾਂ ਬਹੁਤ ਖੁਸ਼ ਹੁੰਦੇ ਆ ਕਿ ਮੇਬੀ ਕੋਈ ਡਾਈਟ ਆਪਾਂ ਸ਼ੁਰੂ ਕੀਤੀ ਹੈ, ਕੁਝ ਆਪਣੀ ਡੇਲੀ ਰੂਟੀਨ ਦੇ ਵਿੱਚ ਕੁਝ ਚੇਂਜਸ ਲੈ ਕੇ ਆਏ ਆ, ਉਹਦੇ ਕਰਕੇ ਸ਼ਾਇਦ weight loss ਹੋਇਆ। ਸੇਮ ਮੈਂ ਵੀ ਬਹੁਤ ਖੁਸ਼ ਸੀਗੀ, ਬਟ weight loss ਦੇ ਨਾਲ ਨਾਲ ਮੇਰੀ ਬੋਡੀ ਵੀਕ ਬਹੁਤ ਹੋ ਗਈ ਔਰ ਮੇਰਾ ਹੀਮੋਗਲੋਬਿਨ ਸਿਰਫ 7 ਗ੍ਰਾਮ ਰਹਿ ਗਿਆ ਸੀਗਾ। ਉਹ ਬਹੁਤ ਵੱਡਾ ਇੱਕ ਇਸ਼ੂ ਸੀਗਾ। ਐਂਡ ਦੈਨ ਫਿਰ ਮੈਨੂੰ ਥਕਾਨ ਬਹੁਤ ਮਹਿਸੂਸ ਹੋਣੀ ਸ਼ੁਰੂ ਹੋ ਗਈ ਸੀਗੀ। ਤੇ ਕੋਵਿਡ ਦਾ ਟਾਈਮ ਸੀਗਾ, ਕੋਈ ਵੀ ਡਾਕਟਰ ਐਗਜ਼ਾਮਿਨ ਨਹੀਂ ਕਰਦੇ ਸੀਗੇ। ਮੈਂ ਡਾਕਟਰ ਕੋਲ ਗਈ, ਉਹਨਾਂ ਨੇ ਕਿਹਾ ਕੁਡ ਬੀ ਪਾਇਲਸ, ਕਿ ਬਹੁਤ ਕਾਮਨ ਡਿਜ਼ੀਜ਼ ਹੈ ਅੱਜ ਦੀ ਡੇਟ ਦੇ ਵਿੱਚ। 40 ਤੋਂ 50% ਲੇਡੀਜ਼ ਨੂੰ ਹੁੰਦੀ ਹੈ ਜਿਹੜੀ ਕਿ ਈਜ਼ੀਲੀ ਮੈਡੀਸਿਨ ਨਾਲ ਠੀਕ ਹੋ ਜਾਂਦੀ ਹੈ। ਤੇ ਮੈਨੂੰ ਵੀ ਉਹੀ ਲੱਗਿਆ ਐਂਡ ਉਹਨਾਂ ਨੇ ਮੈਨੂੰ ਮੈਡੀਸਿਨ ਦਿੱਤੀ, ਮੈਂ ਕੰਟੀਨਿਊ ਕਰ ਦਿੱਤੀ। 4 ਮਹੀਨੇ ਮੈਡੀਸਿਨ ਖਾਣ ਦੇ ਬਾਵਜੂਦ ਵੀ ਕੋਈ ਰਿਜ਼ਲਟ ਨਹੀਂ ਆਇਆ। ਦੈਨ ਜਿਵੇਂ ਮੈਂ ਮੈਂਸ਼ਨ ਕੀਤਾ, ਸਾਡੇ ਘਰ ਵੈਡਿੰਗ ਸੀਗੀ ਅੰਮ੍ਰਿਤਸਰ ਦੇ ਵਿੱਚ, ਤੇ ਜਿਵੇਂ ਹੀ ਵੈਡਿੰਗ ਫਿਨਿਸ਼ ਹੋਈ ਮੈਂ ਆਲਮੋਸਟ ਫੇਂਟ ਹੋ ਗਈ ਰੂਮ ਦੇ ਵਿੱਚ। ਉਦੋਂ ਮੈਂ ਆਪਣੇ ਡਾਕਟਰ ਨੂੰ ਕਾਲ ਕੀਤਾ ਇੱਥੇ ਅੰਮ੍ਰਿਤਸਰ ਦੇ ਵਿੱਚ ਕਿ ਇਦਾਂ ਇਦਾਂ ਹੈ। ਨੈਕਸਟ ਡੇ ਉਹਨਾਂ ਨੇ ਮੈਨੂੰ ਆਪਣਾ ਕਲੋਨੋਸਕੋਪੀ ਲਈ ਬੁਲਾ ਲਿੱਤਾ। ਕਲੋਨੋਸਕੋਪੀ ਕਰਨ ਦੇ ਦੌਰਾਨ ਐਕਚੁਅਲ 'ਚ ਜਦੋਂ ਕਲੋਨੋਸਕੋਪੀ ਕਰ ਰਹੇ ਸੀ, ਸਕਰੀਨ ਬਿਲਕੁਲ ਮੇਰੇ ਸਾਹਮਣੇ ਸੀਗੀ। ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ, ਦਿਲ ਮੰਨਣ ਨੂੰ ਤਿਆਰ ਨਹੀਂ ਸੀਗਾ, ਲੇਕਿਨ ਦਿਮਾਗ ਨੇ ਉਸ ਟਾਈਮ ਘੰਟੀ ਜਗਾ ਦਿੱਤੀ ਕਿ ਇਹ ਉਹੀ ਹੈ, ਕੈਂਸਰ ਹੀ ਹੈ, ਕਿਉਂਕਿ ਟਿਊਮਰ ਪੂਰਾ ਬਲੱਡਲੈਸ ਟਿਊਮਰ ਮੇਰੇ ਸਾਹਮਣੇ ਸੀਗਾ। ਬਟ ਫਿਰ ਵੀ ਵਿਸ਼ਵਾਸ ਨਾ ਕਰਦੇ ਹੋਏ ਮੈਂ ਡਾਕਟਰ ਨੂੰ ਜਦੋਂ ਪੁੱਛਿਆ, ਉਹਨਾਂ ਨੇ ਕਿਹਾ ਬਾਇਪਸੀ ਕਰਨੀ ਪਏਗੀ। ਪੜ੍ਹੇ ਲਿਖੇ ਹੈ, ਇਹਨਾਂ ਸਮਝ ਆ ਜਾਂਦਾ ਬਾਇਪਸੀ ਕਰ ਰਹੇ ਨੇ, ਇਟ ਮੀਨਸ ਕੈਂਸਰ ਹੈ। ਤੇ ਸਟੇਜ ਕਨਫਰਮ ਨਹੀਂ ਸੀਗੀ। ਉਦੋਂ ਵੀ ਉਮੀਦ ਸੀ ਕਿ ਸ਼ਾਇਦ ਪਹਿਲੀ ਦੂਜੀ ਸਟੇਜ ਨਿਕਲੇਗੀ, ਚਲੋ 2-4 ਆਪਣਾ ਜੋ ਵੀ ਕੀਮੋ ਦਾ ਪ੍ਰੋਸੀਜਰ ਹੁੰਦਾ ਉਹ ਹੋਊਗਾ ਤੇ ਠੀਕ ਹੋ ਜਾਊਂਗੀ। ਉਮੀਦ ਨਹੀਂ ਸੀਗੀ ਕਿ ਸਟੇਜ 4 ਕੈਂਸਰ ਨਿਕਲੇਗਾ ਔਰ ਮੈਟਾਸਾਈਜ਼ ਹੋ ਕੇ ਲੀਵਰ ਤੱਕ ਪਹੁੰਚ ਜਾਏਗਾ। ਲੀਵਰ ਬੋਡੀ ਦਾ ਇੱਕ ਬਹੁਤ ਇੰਪੋਰਟੈਂਟ ਪਾਰਟ ਹੁੰਦਾ ਹੈ, ਸਾਰਿਆਂ ਨੂੰ ਪਤਾ ਹੈ। ਇਹਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਕਿ ਫਸਟ, ਸੈਕੰਡ, ਥਰਡ ਸਟੇਜ ਤੇ ਕੋਈ ਫੀਲਿੰਗ ਨਹੀਂ ਆਈ ਜਾਂ ਕੋਈ ਮੂਵਮੈਂਟ ਨਹੀਂ ਹੋਈ ਬੋਡੀ ਵਿੱਚ? ਕੋਈ ਸਿੰਪਟਮਸ ਹੀ ਨਹੀਂ ਆਏ। ਹੁਣ ਅੱਜ ਦੀ ਡੇਟ ਦੇ ਵਿੱਚ ਮੇਨ ਪ੍ਰੋਬਲਮ ਕੀ ਹੋ ਰਹੀ ਹੈ, ਕਿਉਂ ਯੰਗ ਲੋਕੀ ਇਸ ਚਪੇਟ ਦੇ ਵਿੱਚ ਆ ਰਹੇ ਹੈ, ਕਿਉਂਕਿ ਸਾਡੀ ਬੋਡੀ ਰਿਸਪੌਂਡ ਨਹੀਂ ਕਰਦੀ ਵੀ, ਸਾਨੂੰ ਸਿੰਪਟਮਸ ਨਹੀਂ ਆ ਰਹੇ। ਰੀਸੈਂਟਲੀ ਮੈਂ ਹਸਪੀਟਲ ਦੇ ਵਿੱਚ ਸੀਗੀ, ਉੱਥੇ ਇੱਕ 24 ਸਾਲ ਦੀ ਕੁੜੀ ਆਈ, ਬੱਚਾ ਹੁੰਦਾ 24 ਸਾਲ ਦਾ, ਕਾਲਜ ਦੇ ਵਿੱਚ ਪੜ੍ਹਦਾ ਹੋਇਆ। ਉਹਦੇ ਸਿਰਫ ਢਿੱਡ ਦੇ ਵਿੱਚ ਦਰਦ ਹੋਈ, ਉਹਦੇ ਪੇਰੈਂਟਸ ਉਹਨੂੰ ਹਸਪੀਟਲ ਲੈ ਕੇ ਆਏ ਤੇ ਉਹਨੂੰ ਸਟੇਜ 3 ਕੈਂਸਰ ਨਿਕਲ ਆਇਆ। ਹੁਣ ਦੱਸੋ ਉਸ ਬੱਚੇ ਨੇ ਕੀ ਖਾਧਾ ਹੋਏਗਾ ਐਸੇ, ਜਾਂ ਕੀ ਕੀਤਾ ਹੋਏਗਾ। ਇਹ ਬੜੀ ਨਾਮਰਾਦ ਬਿਮਾਰੀ ਹੈ। ਸੁਣ ਕੇ ਵੀ ਕਈ ਵਾਰੀ ਘਬਰਾਹਟ ਜੀ ਬੰਦੇ ਨੂੰ ਹੁੰਦੀ ਹੈ ਕਿ ਇਹ ਪ੍ਰਮਾਤਮਾ ਸਾਡੇ ਵੈਰੀ ਦੁਸ਼ਮਣ ਨੂੰ ਨਾ ਇਹੋ ਜੀ ਬਿਮਾਰੀ ਲਗਾਵੇ। ਫਿਰ ਉਦੋਂ ਫੇਸ ਜਦੋਂ ਕੀਤਾ, ਸਾਰੀ ਫੈਮਿਲੀ ਨੇ, ਤੁਸੀਂ ਕੀਤਾ, ਕਿਵੇਂ ਦਾ ਮਾਹੌਲ ਸੀ? ਮਾਹੌਲ ਆਬਵੀਅਸਲੀ ਬਹੁਤ ਸਟ੍ਰੈਸ ਸੀਗਾ, ਕਿਉਂਕਿ ਮੇਰੀ ਫੈਮਿਲੀ ਦੇ ਵਿੱਚ ਕਿਸੇ ਨੂੰ ਵੀ ਕੈਂਸਰ ਨਹੀਂ ਸੀਗਾ। ਮੇਰੀ ਮਾਸੀ ਨੂੰ ਹੈ, ਬਟ ਉਹ ਕਹਿੰਦੇ ਨਾ ਦੂਰ ਦਾ ਦੁੱਖ ਇੰਨਾ ਛੇਤੀ ਪਹੁੰਚਦਾ ਨਹੀਂ ਹੈ। ਤੇ ਉਹਨਾਂ ਨੂੰ ਜੋ ਸਿੰਪਟਮ ਸੀਗੇ, ਬ੍ਰੈਸਟ ਕੈਂਸਰ ਸੀਗਾ, ਇੰਨਾ ਇਸ ਚੀਜ਼ ਬਾਰੇ ਅਵੇਅਰਨੈਸ ਉਦੋਂ ਨਹੀਂ ਸੀਗੀ, ਗੱਲਬਾਤ ਵੀ ਚਲੋ ਇੰਨੀ ਹੁੰਦੀ ਸੀਗੀ। ਜਦੋਂ ਮੈਨੂੰ ਹੋਇਆ ਤੇ ਆਬਵੀਅਸਲੀ ਪੂਰੀ ਫੈਮਿਲੀ ਸ਼ੈਟਰਡ ਹੋ ਗਈ ਇੱਕਦਮ ਤੋਂ, ਕਿਉਂਕਿ ਮੈਂ ਘਰ 'ਚ ਸਭ ਤੋਂ ਛੋਟੀ ਹਾਂ। ਡਾਟਰ ਵੀ ਮੇਰੀ 7 ਸਾਲ ਦੀ ਆ, ਤੇ ਇੱਕਦਮ ਤੋਂ ਦਿਮਾਗ ਦੇ ਵਿੱਚ ਆ ਜਾਂਦਾ ਕਿ ਛੋਟਾ ਜਿਹਾ ਬੱਚਾ ਹੈਗਾ, ਕਿੱਥੇ ਜਾਵਾਂਗੇ, ਕਿਵੇਂ ਕਰਾਂਗੇ, ਮੈਨੇਜ ਕਿਵੇਂ ਕਰਾਂਗੇ। ਸਭ ਤੋਂ ਮੇਨ ਚੀਜ਼ ਹੁੰਦੀ ਹੈ ਟ੍ਰੀਟਮੈਂਟ ਕੀ ਲਵਾਂਗੇ। ਤੁਹਾਨੂੰ ਮਤਲਬ ਇਹ ਬਹੁਤ ਕਾਮਨ ਜੀ ਚੀਜ਼ ਹੈ, ਘਰ ਦੇ ਵਿੱਚ ਕੈਂਸਰ ਦਾ ਨਾਮ ਕੋਈ ਵੀ ਨਹੀਂ ਲੈਣਾ ਚਾਹੁੰਦਾ। ਐਡੀ ਵੱਡੀ ਬਿਮਾਰੀ ਘਰ ਦੇ ਵਿੱਚ ਕੋਈ ਡਿਸਕਸ ਵੀ ਨਹੀਂ ਕਰਨਾ ਚਾਹੁੰਦਾ, ਤੇ ਉਹਦੇ ਸਿੰਪਟਮਸ ਬਾਰੇ ਗੱਲ ਕਰਨੀ ਹੈ, ਉਹਦੇ ਟ੍ਰੀਟਮੈਂਟ ਬਾਰੇ ਗੱਲ ਤੇ ਬਿਲਕੁਲ ਹੀ ਨਹੀਂ ਕਰਦੇ ਹੋਣਗੇ। ਤੇ ਸੇਮ ਚੀਜ਼ ਮੇਰੇ ਨਾਲ ਹੋਈ, ਪਤਾ ਨਹੀਂ ਸੀਗਾ ਕੀ ਕਰੀਏ। ਤੇ ਜਿਵੇਂ ਰਿਪੋਰਟ ਸਾਡੇ ਕੋਲ ਆਈਆਂ, ਆਪਾਂ ਸਿੱਧਾ ਦਿੱਲੀ ਦੇ ਵੱਡੇ ਤੋਂ ਵੱਡੇ ਹਸਪੀਟਲਸ ਦੇ ਵਿੱਚ ਚੱਕਰ ਮਾਰਨੇ ਸ਼ੁਰੂ ਕੀਤੇ, ਰਿਪੋਰਟਸ ਲੈ ਕੇ ਹਰ ਡਾਕਟਰ ਕੋਲ ਜਾਣਾ ਸ਼ੁਰੂ ਕੀਤਾ।
ਮੇਰੀ ਫੈਮਿਲੀ ਯੂਕੇ ਹੈਗੀ ਹੈ, ਮੈਂ ਖੁਦ ਯੂਕੇ 5 ਸਾਲ ਪੜ੍ਹ ਕੇ ਆਈ ਹਾਂ ਤੇ ਯੂਕੇ NHS ਤੱਕ ਮੇਰੇ ਰਿਪੋਰਟਸ ਭੇਜੀਆਂ ਗਈਆਂ, ਅਮਰੀਕਾ ਭੇਜੀਆਂ, ਮਤਲਬ ਹਰ ਜਗ੍ਹਾ ਕੋਸ਼ਿਸ਼ ਕੀਤੀ ਕਿ ਜਿੱਥੋਂ ਉਮੀਦ ਮਿਲੇ ਕਿ ਟ੍ਰੀਟਮੈਂਟ ਕੀ ਹੋ ਸਕਦਾ ਹੈ, ਕਿ ਸਾਨੂੰ ਇਨਫੋਰਮੇਸ਼ਨ ਚਾਹੀਦੀ ਸੀਗੀ ਉਸ ਟਾਈਮ। ਬਟ ਕੋਈ ਸੇਮ ਜਵਾਬ ਆਏ ਸਾਰੇ ਪਾਸਿਓਂ ਕਿ ਬਹੁਤ ਵਾਈਡਲੀ ਸਪਰੈਡ ਹੈ, ਜਿਹੜਾ ਕੈਂਸਰ ਟਾਈਪ ਹੈ ਉਹ ਬਹੁਤ ਅਗਰੈਸਿਵ ਸੀਗਾ, ਬਹੁਤ ਛੇਤੀ ਵੱਧ ਰਿਹਾ ਸੀਗਾ ਬਾਕੀ ਬੋਡੀ ਪਾਰਟਸ ਦੇ ਵਿੱਚ, ਲਿੰਫ ਨੋਡਸ ਆ ਚੁੱਕੇ ਸੀਗੇ। ਤੇ ਜਦੋਂ ਦਿੱਲੀ ਇੱਕ ਬਹੁਤ ਰਿਨਾਊਂਡ ਡਾਕਟਰ ਨੂੰ ਮਿਲਣ ਗਏ ਤੇ ਉਹਨਾਂ ਨੇ ਕਿਹਾ ਕਿ ਇੱਕ ਪੌਟ ਲਗਾ ਦਿੱਤਾ ਜਾਏਗਾ, ਕੈਂਸਰ ਪੌਟ ਹੁੰਦਾ ਹੈ ਇੱਥੇ ਲਗਾ ਦਿੱਤਾ ਜਾਂਦਾ, ਤੇ ਉਹ ਵਰਸਟ ਥਿੰਗ ਇਹ ਸੀਗੀ ਕਿ ਉਹ ਸ਼ੋਰ ਨਹੀਂ ਸੀਗੇ ਕਿ ਟ੍ਰੀਟਮੈਂਟ ਦੇਣਾ ਕਿੰਨਾ। ਹੁਣ ਤੁਸੀਂ ਡਾਕਟਰ ਕੋਲ ਜਾਂਦੇ ਹੋ ਦਵਾਈ ਲੈਣ, ਤੁਸੀਂ ਕਹਿੰਦੇ ਹੋ ਕਿ ਆਪਾਂ ਦਵਾਈ ਲੈ ਰਹੇ ਹਾਂ ਤੇ ਕਿੰਨੇ ਟਾਈਮ ਦੀ ਦਵਾਈ, ਐਟਲੀਸਟ ਡਾਕਟਰ ਦੱਸਦਾ ਹਫਤਾ ਖਾਓਗੇ ਤੇ ਠੀਕ ਹੋ ਜਾਓਗੇ। ਜਦੋਂ ਤੁਹਾਨੂੰ ਪਤਾ ਕਿ ਦਵਾਈ ਤੁਸੀਂ ਖਾ ਰਹੇ ਹੋ, ਤੁਹਾਨੂੰ ਪਤਾ ਹੀ ਨਹੀਂ ਕਿੰਨਾ ਟਾਈਮ ਉਹਨਾਂ ਨੇ ਲੈਣਾ। ਐਂਡ ਸਭ ਤੋਂ ਵਰਸਟ ਥਿੰਗ, ਉਹ ਫੁੱਲ ਕੰਸੈਂਟ ਫਾਰਮ ਸਾਡੇ ਤੋਂ ਸਾਈਨ ਕਰਵਾਉਣਾ ਚਾਹ ਰਹੇ ਸੀਗੇ। ਤੇ ਮੈਂ ਐਂਡ ਜਦੋਂ ਲਾਸਟਲੀ ਉਹਨਾਂ ਨੇ ਕਿਹਾ ਕਿ ਮੈਕਸਿਮਮ ਇਹਦੇ ਕੋਲ 2 ਤੋਂ 3 ਮਹੀਨੇ ਆਪਾਂ ਲੈ ਕੇ ਚੱਲਾਂਗੇ, ਕਿਉਂਕਿ ਹਰ ਕੋਈ ਜਦੋਂ ਸਟੇਜ 4 ਕੈਂਸਰ ਦਾ ਨਾਮ ਆਉਂਦਾ, ਪੜ੍ਹੇ ਲਿਖੇ ਫੈਮਿਲੀ ਤੋਂ ਆ, ਪੜ੍ਹੇ ਲਿਖੇ ਆਪਾਂ ਹੈਗੇ ਆ, ਸਭ ਤੋਂ ਪਹਿਲੀ ਚੀਜ਼ ਇਹੀ ਪੁੱਛੀ ਸੀਗੀ ਜੋ ਮੇਰਾ ਸਵਾਲ ਸੀਗਾ, ਮੇਰੇ ਕੋਲ ਸਰਵਾਈਵਲ ਰੇਟ ਕਿੰਨਾ, ਮੇਰੇ ਬਚਣ ਦੇ ਚਾਂਸਸ ਕਿੰਨੇ ਆ, ਕਿ ਮੈਨੂੰ ਪਤਾ ਹੋਏ ਮੇਰੇ ਕੋਲ ਕਿੰਨੇ ਸਾਹ ਕਿੰਨੇ ਸਵਾਸ ਹੈਗੇ ਆ, ਕਿ ਮੈਂ ਉਸ ਨੂੰ ਉਸ ਹਿਸਾਬ ਨਾਲ ਪਲਾਨ ਕਰਨ ਦੀ ਕੋਸ਼ਿਸ਼ ਕਰ ਸਕਾਂ। ਲੈਣਾ ਰੱਬ ਨੇ ਜਦੋਂ ਹੈ ਉਹ ਇੱਕ ਚੁਟਕੀ 'ਚ ਲੈ ਲੈਣਾ, ਉਹ ਤਾਂ ਕਿਸੇ ਨੂੰ ਪਤਾ ਨਹੀਂ ਆ, ਬਟ ਐਟਲੀਸਟ ਇੱਕ ਉਮੀਦ ਹੋਊਗੀ ਕਿ ਮੈਨੂੰ ਪਤਾ ਹੋਊਗਾ, ਮੈਂ ਪਲਾਨ ਕਰਨ ਦੀ ਕੋਸ਼ਿਸ਼ ਕਰ ਪਾਉਂਗੀ। ਬਟ ਉਹਨਾਂ ਨੇ ਕਿਹਾ ਕਿ ਮੈਕਸਿਮਮ 2 ਤੋਂ 3 ਮਹੀਨੇ ਦਾ ਟਾਈਮ ਮੈਕਸਿਮਮ ਹੈਗਾ, ਟ੍ਰੀਟਮੈਂਟ ਸ਼ੁਰੂ ਕਰਾਂਗੇ, ਬਟ ਸਾਨੂੰ ਨਹੀਂ ਪਤਾ ਬਾਡੀ ਤੇ ਕਿਵੇਂ ਰਿਸਪੌਂਡ ਕਰੇਗਾ, ਕਿਉਂਕਿ ਉਸ ਟਾਈਮ ਮੈਂ ਬਹੁਤ ਜ਼ਿਆਦਾ ਵੀਕ ਸੀਗੀ। ਮੇਰੀ ਪੁਰਾਣੀ ਫੋਟੋਜ਼ ਅਗਰ ਕੋਈ ਦੇਖੇ ਤੇ 50-52 ਕਿਲੋ ਮੇਰਾ weight ਹੋਊਗਾ, ਬਲੱਡ ਆਲਮੋਸਟ 4 ਕਿ 5 ਗ੍ਰਾਮ ਰਹਿ ਗਿਆ ਸੀਗਾ, ਕਿਸੇ ਵੀ ਟਾਈਮ ਬੈਠੀ ਬੈਠੀ ਫੇਂਟ ਹੋ ਜਾਂਦੀ ਸੀਗੀ, ਸਾਰੇ ਇਹ ਸਿੰਪਟਮ ਸੀਗੇ। ਤੇ ਉਦੋਂ ਮੈਂ ਆਪਣੀ ਫੈਮਿਲੀ ਨੂੰ ਸਿਰਫ ਇੱਕੋ ਚੀਜ਼ ਕਹੀ ਕਿ ਜੇ 2 ਮਹੀਨੇ ਦਾ ਟਾਈਮ ਹੈ, ਪਲੀਜ਼ ਮੈਨੂੰ ਇੱਥੇ ਸੁੱਟ ਕੇ ਨਾ ਜਾਇਓ। ਹਸਪੀਟਲ ਦੀ ਲਾਈਫ ਰੱਬ ਕਹਿੰਦੇ ਦੁਸ਼ਮਣ ਨੂੰ ਵੀ ਨਾ ਦਿਖਾਵੇ। ਮੈਂ ਨਹੀਂ ਚਾਹੁੰਦੀ ਸੀਗੀ ਕਿ ਮੇਰੇ ਕੋਲ ਉਹ ਅਗਰ 2 ਮਹੀਨਿਆਂ ਦਾ ਟਾਈਮ ਵੀ ਹੈ ਤੇ ਉਹ ਵੀ ਖੋਹ ਲਿੱਤੇ ਜਾਣ ਹਸਪੀਟਲ ਦੇ ਨਾਮ ਤੇ, ਕਿ ਮੇਰੇ ਕੋਲ ਆਪਣੀ ਬੇਟੀ ਨਾਲ ਕੋਈ ਮੈਮਰੀਜ਼ ਬਣਾਉਣ ਦਾ ਟਾਈਮ ਹੀ ਨਾ ਰਵੇ। ਕਿਉਂਕਿ ਮੈਨੂੰ ਪਤਾ ਕਿ ਇੱਕਦਮ ਤੋਂ ਜਦੋਂ ਪੇਰੈਂਟਸ ਤੁਹਾਡੇ ਸਿਰ ਤੋਂ ਉਹਨਾਂ ਹੱਥ ਉੱਠ ਜਾਂਦਾ ਤੇ ਕਿਵੇਂ ਤੁਹਾਡੀ ਲਾਈਫ ਆਲ ਆਫ ਅ ਸਡਨ ਸ਼ੈਟਰਡ ਹੋ ਜਾਂਦੀ ਹੈ। ਤੇ ਮੈਂ ਰਿਕੁਐਸਟ ਕੀਤੀ ਆਪਣੀ ਫੈਮਿਲੀ ਨੂੰ ਕਿ ਮੈਨੂੰ ਘਰ ਲੈ ਕੇ ਜਾਓ, ਘਰ ਜਾ ਕੇ ਡਿਸਕਸ ਕਰਾਂਗੇ ਅੱਗੇ ਕੀ ਕਰਨਾ। ਅਗਰ ਤੁਸੀਂ ਆਲਟਰਨੇਟਿਵ ਟ੍ਰੀਟਮੈਂਟਸ, ਕਿਉਂਕਿ ਇੰਡੀਆ ਦੇ ਵਿੱਚ ਖਜ਼ਾਨਾ ਹੈ ਕਹਿੰਦੇ ਆਲਟਰਨੇਟਿਵ ਟ੍ਰੀਟਮੈਂਟ ਦਾ, ਚਾਹੇ ਉਹ ਆਯੁਰਵੈਦਿਕ ਹੋਏ ਚਾਹੇ ਹੋਮਿਓਪੈਥੀ ਹੋਏ। ਔਰ ਮੈਂ ਕਿਤੇ ਕਿਸੇ ਨੂੰ ਇਹ ਨਹੀਂ ਕਹਿ ਰਹੀ ਕਿ ਉਹਨਾਂ ਦਾ ਟ੍ਰੀਟਮੈਂਟ ਠੀਕ ਨਹੀਂ ਹੈ, ਮੈਂ ਸਿਰਫ ਇੰਨਾ ਕਹਿਣਾ ਚਾਹਾਂਗੀ ਕਿ ਉਹ ਇਹ ਟ੍ਰੀਟਮੈਂਟ ਮੇਰੇ ਤੇ ਸੂਟ ਨਹੀਂ ਕੀਤਾ। ਹੋ ਸਕਦਾ ਹਜ਼ਾਰੋਂ ਲੋਕੀ ਉਹ ਤਾਂ ਠੀਕ ਵੀ ਹੋ ਰਹੇ ਹੋਣ। ਵਾਪਸੀ ਤੁਸੀਂ ਕਹਿ ਰਹੇ ਕਿ ਵਾਧਾ ਜਾ ਰਿਹਾ ਸੀ ਅੱਗੇ ਡੇ ਬਾਈ ਡੇ, ਫਿਰ ਵਾਪਸੀ ਕਦੋਂ ਹੋਣੀ ਸ਼ੁਰੂ ਹੋਈ ਹੈ? ਉੱਥੇ ਜਦੋਂ ਮੈਡੀਕਲ ਉਦੋਂ ਟ੍ਰੀਟਮੈਂਟ ਲੈ ਰਹੇ ਸੀ ਉਦੋਂ ਵਾਪਸੀ ਸ਼ੁਰੂ ਹੋਈ ਕਿ ਜਾਂ ਜਦੋਂ ਦਰਬਾਰ ਸਾਹਿਬ ਤੁਸੀਂ ਫੀਲ ਕੀਤਾ ਕਿ ਆਉਣਾ ਸ਼ੁਰੂ ਕੀਤਾ? ਵੀਰ ਜੀ ਦਰਬਾਰ ਸਾਹਿਬ ਤੇ ਮੇਰਾ ਛੁੱਟ ਗਿਆ ਸੀਗਾ, ਕਿਉਂਕਿ ਮੈਨੂੰ ਦਿੱਲੀ ਲੈ ਗਏ ਸੀਗੇ ਟ੍ਰੀਟਮੈਂਟ ਲਈ। ਦਿੱਲੀ ਟ੍ਰੀਟਮੈਂਟ ਸਮਝ ਨਹੀਂ ਆਇਆ, ਫਿਰ ਮੈਨੂੰ ਚੰਡੀਗੜ੍ਹ ਲੈ ਗਏ, ਕਿਉਂਕਿ ਮਕਲੌਡਗੰਜ ਚੰਡੀਗੜ੍ਹ ਤੋਂ ਨੇੜੇ ਪੈਂਦਾ ਆ। ਤੇ ਮਕਲੌਡਗੰਜ ਤੋਂ ਮੇਰਾ ਟ੍ਰੀਟਮੈਂਟ ਚੱਲਦਾ ਪਿਆ ਸੀਗਾ। ਦੈਨ ਕਿਸੇ ਨੇ ਦੱਸਿਆ ਕਿ ਸ਼ਿਮਲਾ ਚੈਲ ਦੇ ਵਿੱਚ ਕੋਈ ਹੈਗੇ ਆ, ਲੇਪ ਲਗਾਉਂਦੇ ਆ, ਦੈਨ ਉੱਥੇ ਲੈ ਕੇ ਜਾਇਆ ਗਿਆ ਐਂਡ ਟ੍ਰੀਟਮੈਂਟ ਉੱਥੋਂ ਕਰਵਾਉਣ ਦੀ ਕੋਸ਼ਿਸ਼ ਕੀਤੀ। ਬਟ ਉਹ ਸਾਰੇ ਟ੍ਰੀਟਮੈਂਟਸ ਦੇ ਦੌਰਾਨ ਮੇਰੀ ਤਬੀਅਤ ਹੋਰ ਜ਼ਿਆਦਾ ਖਰਾਬ ਹੁੰਦੀ ਗਈ। ਪੇਨ ਇੰਨੀ ਹੁੰਦੀ ਸੀਗੀ ਕਿ ਮੇਰੀ ਚਿੱਕਾ ਸੁਣ ਕੇ ਸਾਡੇ ਪੜੋਸੀ ਐਕਚੁਅਲ 'ਚ ਡਰ ਜਾਣ। ਬਿਨ ਪਾਣੀ ਦੇ ਮੱਛਲੀ ਦੀ ਤਰ੍ਹਾਂ ਜਿਵੇਂ ਤੜਫਦਾ ਬੰਦਾ, ਮੈਂ ਉੱਦਾਂ ਤੜਫਦੀ ਸੀਗੀ। ਪਰ ਤਬੀਅਤ ਇੰਨੀ ਜ਼ਿਆਦਾ ਖਰਾਬ ਹੋਣੀ ਸ਼ੁਰੂ ਹੋ ਗਈ ਕਿ ਪੇਨ ਬਰਦਾਸ਼ਤ ਤੋਂ ਬਾਹਰ ਹੋਣੀ ਸ਼ੁਰੂ ਹੋ ਗਈ, ਮੈਂ ਫੇਂਟ ਹੋਣਾ ਸ਼ੁਰੂ ਹੋ ਗਈ, ਪਚਣਾ ਬਿਲਕੁਲ ਬੰਦ ਹੋ ਗਿਆ। ਮਤਲਬ ਮੇਰੇ ਤੋਂ ਪਾਣੀ ਵੀ ਪੀਂਦੀ ਸੀ ਤੇ ਮੈਂ ਤਾਂ ਵੀ ਵੋਮਿਟ ਕਰਦੀ ਸੀਗੀ। ਮੈਂ ਤੁਹਾਨੂੰ ਇਹ ਸਵਾਲ ਕੀਤਾ ਸੀ ਕਿ ਫਿਰ ਦਰਬਾਰ ਸਾਹਿਬ ਵਾਪਸੀ ਕਦੋਂ ਹੋਈ, ਕਿਉਂਕਿ ਤੁਸੀਂ ਕਹਿੰਦੇ ਛੁੱਟ ਗਿਆ ਸੀ ਦਰਬਾਰ ਸਾਹਿਬ ਉਸ ਟਾਈਮ 'ਚ। ਦਰਬਾਰ ਸਾਹਿਬ ਵਾਪਸੀ ਹੋਈ ਵੀਰ ਜੀ ਜੁਲਾਈ ਦੇ ਵਿੱਚ, ਜੂਨ ਦੇ ਵਿੱਚ, ਇਨਫੈਕਟ ਜੂਨ ਐਂਡ ਦੇ ਵਿੱਚ, ਜਦੋਂ ਮੈਨੂੰ ਕਿਤੋਂ ਵੀ ਉਮੀਦ ਨਹੀਂ ਲੱਗੀ, ਤਬੀਅਤ ਹੋਰ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਸੀਗੀ, ਤਾਂ ਮੈਂ ਆਪਣੀ ਫੈਮਿਲੀ ਨੂੰ ਰਿਕੁਐਸਟ ਕੀਤਾ ਕਿ ਸਭ ਕੁਝ ਆਪਾਂ ਕਰਕੇ ਦੇਖ ਲਿੱਤਾ, ਹੁਣ ਵਾਪਸ ਦਰਬਾਰ ਸਾਹਿਬ ਮੈਨੂੰ ਇੱਕ ਵਾਰੀ ਲੈ ਜਾਓ, ਮੱਥਾ ਟਿਕਾ ਦਿਓ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕੀ ਕਰਨਾ ਹੈਗਾ। ਬਟ ਦਰਬਾਰ ਸਾਹਿਬ ਆਉਂਦੇ ਸਾਰ ਜਿਵੇਂ ਇੱਕ ਤਸੱਲੀ ਜੀ ਮਿਲੀ ਕਿ ਮੈਨੂੰ ਹੋਰ ਕਿਤੇ ਜਾਣ ਦੀ ਭਟਕਣ ਦੀ ਲੋੜ ਨਹੀਂ ਹੈਗੀ। ਤੇ ਆਪਾਂ ਫਿਰ ਵਾਪਸ ਅੰਮ੍ਰਿਤਸਰ ਮੂਵ ਆਪਣਾ ਆ ਗਏ ਐਂਡ ਇੱਥੋਂ ਫਿਰ ਆਪਾਂ ਦਰਬਾਰ ਸਾਹਿਬ ਤੋਂ ਇਨਫੈਕਟ ਇੱਕ ਦਿਨ ਵਾਪਸ ਜਾਂਦੇ ਹੋਏ ਮੈਂ ਫੇਂਟ ਹੋ ਗਈ ਰਸਤੇ ਦੇ ਵਿੱਚ। ਜਦੋਂ ਟ੍ਰੀਟਮੈਂਟ, ਕਿਉਂਕਿ ਕੋਈ ਵੀ ਮੈਡੀਕਲ ਟਰਮਸ ਦੇ ਵਿੱਚ ਟ੍ਰੀਟਮੈਂਟ ਨਹੀਂ ਚੱਲ ਰਿਹਾ ਸੀਗਾ ਤੇ ਮੇਰੀ ਫੈਮਿਲੀ ਦੇ ਸਾਰੇ ਹਸਪੀਟਲਸ ਦੇ ਵਿੱਚ ਮੈਨੂੰ ਐਡਮਿਟ ਕਰਾਉਣ ਦੀ ਕੋਸ਼ਿਸ਼ ਕੀਤੀ ਐਂਡ ਡਾਕਟਰਸ ਨੇ ਉੱਥੇ ਡਿਕਲਾਈਨ ਕਰ ਦਿੱਤਾ ਮੈਨੂੰ ਹੱਥ ਲਾਉਣ ਤੋਂ ਵੀ, ਕਿ ਇਹਨਾਂ ਦਾ ਕੋਈ ਹੋਰ ਤੁਸੀਂ ਇਲਾਜ ਕਰਵਾ ਰਹੇ ਹੋ ਜੋ ਮੈਡੀਕਲ ਟਰਮ ਦੇ ਵਿੱਚ ਵੈਲਿਡ ਨਹੀਂ ਹੈ। ਤੇ ਆਪਾਂ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਕਿ ਕੱਲ ਨੂੰ ਇਹਨਾਂ ਨੂੰ ਕੁਝ ਹੋ ਗਿਆ ਅਗਰ ਇੱਥੇ, ਤੇ ਆਪਾਂ ਇਸ ਚੀਜ਼ ਦੀ ਜ਼ਿੰਮੇਵਾਰੀ ਨਹੀਂ ਲਵਾਂਗੇ। ਬਟ ਲੱਕੀਲੀ ਇੱਕ ਹਸਪੀਟਲ ਹੈਗਾ ਅੰਮ੍ਰਿਤਸਰ ਦਾ ਜਿੱਥੇ ਡਾਕਟਰ ਮੈਨੂੰ ਜਾਣਦੇ ਸੀਗੇ, ਉਹਨਾਂ ਨੇ ਕਿਹਾ ਓਕੇ ਮੈਂ ਦੇਖਦਾ ਕੀ ਹੈਗਾ।
ਐਂਡ ਉੱਥੇ ਜਦੋਂ ਟ੍ਰੀਟਮੈਂਟ ਉਹਨਾਂ ਨੇ ਸ਼ੁਰੂ ਕੀਤਾ, ਇੱਕ ਦਿਨ ਲਈ ਮੈਨੂੰ ਐਡਮਿਟ ਕੀਤਾ, ਨੈਕਸਟ ਡੇ ਜਦੋਂ ਹੋਸ਼ ਆਇਆ ਤੇ ਐਕਚੁਅਲ 'ਚ ਮੈਨੂੰ ਬਹੁਤ ਡਾਂਟ ਪਈ ਉਹਨਾਂ ਤੋਂ। ਉਹ ਕਹਿੰਦੇ ਮਰਨਾ ਤੇ ਹੈ ਹੀ ਆ, ਤੈਨੂੰ ਨਹੀਂ ਪਤਾ ਕਿ ਕਿੰਨੇ ਸਾਹ ਰੱਬ ਨੇ ਬਖਸ਼ੇ ਆ, ਜਦੋਂ ਤੂੰ ਇੰਨੀ ਚੀਜ਼ ਨੂੰ ਮੰਨਦੀ ਪਈ ਆ ਤੇ ਇੱਕ ਵਾਰੀ ਬਾਕੀ ਸਾਰਾ ਕੁਝ ਕਰਕੇ ਦੇਖ ਲਿੱਤਾ, ਇੱਕ ਵਾਰੀ ਮੈਡੀਕਲ ਜਿਹੜੀ ਕੀਮੋਥੈਰੇਪੀਜ਼ ਹੈ ਉਹ ਵੀ ਕਰਵਾ ਕੇ ਦੇਖ ਲੈ ਕਿ ਹੋਰ ਕੋਈ ਆਪਸ਼ਨ ਨਹੀਂ ਹੈ, ਐਵੇਂ ਤੇ ਤੂੰ ਕਨਫਰਮ ਮਰ ਜਾਣਾ। ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਫੈਮਿਲੀ ਹੋਰ ਸਫਰ ਕਰੇ, ਮੈਨੂੰ ਹੋਰ ਲੈ ਲੈ ਕੇ ਡਿਫਰੈਂਟ ਜਗ੍ਹਾ ਤੇ ਧੱਕੇ ਖਾਏ। ਬਹੁਤ ਔਖਾ ਹੁੰਦਾ ਵੀਰ ਜੀ, ਘਰ ਰੁਲ ਜਾਂਦੇ ਆ, ਜਿਨ੍ਹਾਂ ਦੇ ਘਰ ਬਿਮਾਰੀ ਹੁੰਦੀ ਕਹਿੰਦੇ ਸਿਰਫ ਉਹਨਾਂ ਨੂੰ ਪਤਾ ਹੁੰਦਾ। ਤੇ ਤਾਂ ਕਰਕੇ ਮੈਂ ਐਗਰੀ ਕੀਤਾ, ਮੈਂ ਕਿਹਾ ਠੀਕ ਹੈ ਤੁਸੀਂ ਕੀਮੋ ਕਰਾਉਣਾ ਚਾਹੁੰਦੇ ਹੋ, ਮੈਂ ਉਹਦੇ ਲਈ ਐਗਰੀ ਕਰਦੀ ਹਾਂ। ਪਰ ਮੇਰੀ ਇੱਕੋ ਸ਼ਰਤ ਸੀਗੀ, ਕੀਮੋ ਕਰਵਾਉਣ ਤੋਂ ਪਹਿਲੇ ਦਰਬਾਰ ਸਾਹਿਬ ਪਾਠ ਰਖਵਾਓ, ਇੱਥੋਂ ਆਗਿਆ ਲੈ ਕੇ ਜਾਵਾਂਗੇ, ਅਰਦਾਸ ਕਰਕੇ ਜਾਵਾਂਗੇ, ਉਸ ਤੋਂ ਬਾਅਦ ਜਿਹੜੇ ਰਸਤੇ ਤੁਸੀਂ ਚੜਾਓਗੇ ਮੈਨੂੰ ਚੜਾ ਦਿਓ, ਕਿਉਂਕਿ ਕੀਮੋ ਵਾਲੇ ਰਸਤੇ ਮੈਂ ਚੜਨਾ ਨਹੀਂ ਚਾਹੁੰਦੀ ਸੀ, ਦਿਲ ਨਹੀਂ ਮੰਨਦਾ ਸੀਗਾ, ਪਤਾ ਨਹੀਂ ਕਿਉਂ। ਫਿਰ ਇੱਥੇ ਤੁਸੀਂ ਅਰਦਾਸ ਬੇਨਤੀ ਕਰਦੇ ਰਹੇ ਹੋ, ਇਸ਼ਨਾਨ ਕਰਦੇ ਰਹੇ ਹੋ, ਉਦੋਂ ਟ੍ਰੀਟਮੈਂਟ ਵੀ ਨਾਲ ਚੱਲਦਾ ਰਿਹਾ ਮੈਡੀਕਲ ਤੌਰ ਤੇ, ਜਿਹੜਾ ਆਪਾਂ ਜੋ ਵੀ ਮੈਡੀਸਨ ਚੱਲਦੀ ਸੀ? ਉਹੀ ਮੈਂ ਦੱਸਣਾ ਚਾਹਾਂਗੀ, ਮੇਰਾ ਟ੍ਰੀਟਮੈਂਟ ਐਕਚੁਅਲ 'ਚ ਜੁਲਾਈ ਦੇ ਵਿੱਚ ਸ਼ੁਰੂ ਹੋਇਆ। ਜੁਲਾਈ ਦੇ ਵਿੱਚ ਆਪਾਂ ਜਦੋਂ ਜੂਨ ਦੇ ਵਿੱਚ ਇੰਚ ਪਾਰਟ ਰਖਵਾਇਆ, ਜੁਲਾਈ ਦੇ ਵਿੱਚ ਮੇਰਾ ਟ੍ਰੀਟਮੈਂਟ ਸ਼ੁਰੂ ਹੋਇਆ। ਉਸ ਤੋਂ ਬਾਅਦ ਕਹਿੰਦੇ ਆ ਨਾ ਦਵਾਈ ਲੱਗਣੀ ਸ਼ੁਰੂ ਹੋ ਗਈ ਸਰੀਰ ਤੇ, ਜਿਹੜੀ ਦਵਾਈ ਮੈਨੂੰ ਤੰਗ ਕਰਦੀ ਪਈ ਸੀ ਉਹ ਦਵਾਈ ਦਾ ਰਸਤਾ ਹੀ ਰੱਬ ਨੇ ਬੰਦ ਕਰਤਾ। ਤੁਹਾਨੂੰ ਪਤਾ ਹੋਏਗਾ ਜੂਨ ਜੁਲਾਈ ਦੇ ਵਿੱਚ ਮਕਲੌਡ ਬਾੜ ਆਈ ਸੀਗੀ, ਐਂਡ ਉਸ ਤੋਂ ਸਿਰਫ 2 ਦਿਨ ਪਹਿਲੇ ਆਪਾਂ ਦਵਾਈ ਲੈ ਕੇ ਆਏ ਸੀਗੇ, ਤੇ ਰੱਬ ਨੇ ਉਹ ਰਸਤਾ ਹੀ ਬੰਦ ਕਰ ਦੇਣਾ ਸੀਗਾ ਕਿ ਤੂੰ ਉਸ ਰਸਤੇ। ਇੱਕ ਸੋਚਣ ਦੀ ਗੱਲ ਹੁੰਦੀ ਹੈ, ਮੈਂ ਨਹੀਂ ਕਹਿੰਦੀ ਕਿ ਕੁਝ ਚੰਗੇ ਲਈ ਹੋਇਆ ਜਾਂ ਮਾੜੇ ਲਈ ਹੋਇਆ, ਇੱਕ ਹਰ ਚੀਜ਼ ਨੂੰ ਵੇਖਣ ਦਾ ਇੱਕ ਨਜ਼ਰੀਆ ਹੁੰਦਾ। ਸਾਡਾ ਅਸੀਂ ਪੰਜਾਬੀ 'ਚ ਆਮ ਗੱਲ ਕਰਦੇ ਹੁੰਦੇ ਆ ਕਿ ਜਦੋਂ ਫਲਾਣੇ ਕੋਲ ਮੈਡੀਸਿਨ ਲਈ ਹੈ ਜਾਂ ਫਲਾਣੇ ਜਗ੍ਹਾ ਤੇ ਜਾ ਕੇ ਨਤਮਸਤਕ ਹੋਏ ਤਾਂ ਸਾਡੀ ਬਿਮਾਰੀ ਨੂੰ ਮੋੜਾ ਪੈਣਾ ਸ਼ੁਰੂ ਹੋ ਗਿਆ, ਮਤਲਬ ਕਦੋਂ ਮੋੜਾ ਪੈਣਾ ਸ਼ੁਰੂ ਹੋ ਗਿਆ? ਬਿਲਕੁਲ ਮੈਂ ਇਹੀ ਕਹਾਂਗੀ, ਮੋੜਾ ਪੈਣਾ ਸ਼ੁਰੂ ਹੋ ਗਿਆ, ਦਵਾਈ ਸਰੀਰ ਨੂੰ ਲੱਗਣੀ ਸ਼ੁਰੂ ਹੋ ਗਈ। ਕੀਮੋ ਦਾ ਪਹਿਲੇ ਡਾਕਟਰ ਨੇ ਸਾਰੇ ਟੈਸਟ ਕਰਵਾਏ, ਕੀਮੋ ਦੱਸੀ 8 ਕੀਮੋ ਹੋਣਗੀਆਂ, ਰੇਡੀਏਸ਼ਨ ਮੇਰੇ ਨਹੀਂ ਹੋ ਸਕਦੀ ਸੀਗੀ ਕਿਉਂਕਿ ਬਹੁਤ ਐਗਰੈਸਿਵ ਸੀਗਾ। ਐਂਡ ਜਿਹੜੀ ਐਡਵਾਂਸਡ ਕਹਿੰਦੇ ਅੱਜ ਦੀ ਡੇਟ 'ਚ ਬਹੁਤ ਟੈਕਨੋਲੋਜੀ ਆ ਗਈ ਹੈ, ਕਿਉਂਕਿ ਬੜੇ ਲੋਕਾਂ ਦੇ ਸਵਾਲ ਡਿਫਰੈਂਟ ਹੁੰਦੇ ਆ ਕਿ ਸਾਨੂੰ ਇੰਨੀ ਕੀਮੋ ਕਰਾਉਣੀ ਪੈਂਦੀ ਹੈ ਤੇ ਤੁਹਾਨੂੰ ਇੰਨੀ ਘੱਟ ਕਿਉਂ ਕਰਾਉਣੀ ਪਈਆਂ। ਸੋ ਬਾਡੀ ਟੂ ਬਾਡੀ ਡਿਪੈਂਡ ਕਰਦਾ, ਇਹ ਸਿਰਫ ਡਾਕਟਰ ਹੀ ਦੱਸ ਸਕਦਾ। ਜਦੋਂ ਰਿਪੋਰਟਸ ਕਲੀਅਰ ਹੋਣ ਲੱਗ ਪਈਆਂ ਤੇ ਫਿਰ ਡਾਕਟਰਸ ਵੀ ਹੈਰਾਨ ਹੋਏ, ਉਹਨਾਂ ਨੇ ਪੁੱਛਿਆ ਹੋਣਾ ਕਿ ਇਹਦੇ ਪਿੱਛੇ ਤੁਸੀਂ ਕੀ ਕਰ ਰਹੇ ਹੋ? ਜੀ, ਉਹ ਐਕਚੁਅਲ ਤੇ ਸਰਪ੍ਰਾਈਜ਼ ਸੀਗੇ ਕਿ ਕੀਮੋ ਦੇ ਇਫੈਕਟਸ ਆਬਵੀਅਸਲੀ ਬਹੁਤ ਜ਼ਿਆਦਾ ਅਗਰੈਸਿਵ ਹੁੰਦੇ ਆ, ਤੁਹਾਡੀ ਮੂੰਹ ਦਾ ਟੇਸਟ ਚਲਾ ਜਾਂਦਾ ਹੈ, ਤੁਹਾਡਾ ਸਰੀਰ ਜਵਾਬ ਦੇਣਾ ਸ਼ੁਰੂ ਹੋ ਜਾਂਦਾ ਹੈ, ਬਾਡੀ ਦੇ ਵਿੱਚ ਬਹੁਤ ਪੇਨ ਹੁੰਦੀ ਆ। ਮੇਰੇ ਪੈਰਾਂ ਤੇ ਸਭ ਤੋਂ ਜ਼ਿਆਦਾ ਇਫੈਕਟ ਹੋਇਆ ਸੀ, ਮੇਰੇ ਪੈਰ ਬਿਲਕੁਲ ਬਲੈਕ ਹੋ ਗਏ ਸੀਗੇ। ਹੁਣ ਇਹਨੂੰ ਇੱਕ ਇਮਤਿਹਾਨ ਮੰਨ ਲਓ ਕਿ ਉਸ ਕੰਡੀਸ਼ਨ ਦੇ ਵਿੱਚ ਦਿਲ ਕਹਿੰਦਾ ਸੀਗਾ ਦਰਬਾਰ ਸਾਹਿਬ ਆਉਣਾ ਹੈ ਤੇ ਦਿਮਾਗ ਕਹਿੰਦਾ ਸੀ ਤੂੰ ਚੱਲ ਵੀ ਨਹੀਂ ਪਾਣਾ, ਬਟ ਫਿਰ ਵੀ ਮੈਂ ਕੋਸ਼ਿਸ਼ ਕੀਤੀ, ਰਿਕੁਐਸਟ ਕੀਤੀ ਆਪਣੇ ਘਰਦਿਆਂ ਨੂੰ ਮੈਨੂੰ ਮੱਥਾ ਟਿਕਾ ਕੇ ਭਾਵੇਂ ਵਾਪਸ ਕਰ ਲੈ ਜਾਓ। ਇੱਕ ਉਹ ਕਹਿੰਦੇ ਬਣੀ ਹੋਈ ਸੀ ਬਿਯੋਂਡ ਕਿ ਮੈਂ ਆਣਾ ਹੀ ਆਣਾ ਹਰ ਰੋਜ਼। ਕਿਸੇ ਨੇ ਰੋਕਿਆ ਨਹੀਂ ਕਿ ਇਹ ਇੱਕ ਨਾਸਤਿਕਤਾ ਵਾਲੀ ਗੱਲ ਹੈ ਕਿ ਦਰਬਾਰ ਸਾਹਿਬ ਜਾ ਕੇ ਜਾਂ ਇਸ਼ਨਾਨ ਕੀਤੇ ਇਹ ਰੋਗ ਠੀਕ ਨਹੀਂ ਹੁੰਦੇ, ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਹੋਈਆਂ ਹੋਣੀਆਂ, ਤੇ ਉਦੋਂ ਫਿਰ ਆਪਣੇ ਮਨ ਨੂੰ ਸਟੇਬਲ ਕਿਵੇਂ ਰੱਖਿਆ? ਵੀਰ ਜੀ ਸਾਰੇ ਤਰ੍ਹਾਂ ਦੇ ਲੋਕੀ ਕਹਿੰਦੇ ਮਿਲਦੇ ਆ, ਬਹੁਤ ਲੋਕੀ ਹੁੰਦੇ ਜਿਹੜੇ ਰੱਬ ਨੂੰ ਮੰਨਦੇ ਆ ਤੇ ਬਹੁਤ ਲੋਕੀ ਹੁੰਦੇ ਜਿਹੜੇ ਨਹੀਂ ਇਹਨਾਂ ਚੀਜ਼ਾਂ ਨੂੰ ਮੰਨਦੇ, ਬਟ ਲੱਕੀਲੀ ਮੇਰੀ ਫੈਮਿਲੀ ਨੇ ਮੈਨੂੰ ਪੂਰਾ ਸਪੋਰਟ ਕੀਤਾ। ਸਵੇਰੇ अर्ਲੀ ਮਾਰਨਿੰਗ 5 ਵਜੇ ਆਉਂਦੀ ਹੁੰਦੀ ਸੀਗੀ, ਆ ਕੇ ਮੱਥਾ ਟੇਕਦੀ ਸੀ। ਮੇਰੀ ਡਾਟਰ 7 ਸਾਲ ਦੀ, ਉਹ ਮੇਰੇ ਨਾਲ ਆਉਂਦੀ ਹੁੰਦੀ ਸੀਗੀ। ਜਦੋਂ ਰਿਪੋਰਟਸ ਨਾਰਮਲ ਆਉਣੀਆਂ ਸ਼ੁਰੂ ਹੋਈਆਂ, ਬਲੱਡ ਟੈਸਟ ਆਟੋਮੈਟਿਕਲੀ ਬਹੁਤ ਵਧੀਆ ਹੁੰਦੇ ਗਏ, ਬਲੱਡ ਵਧਣਾ ਸ਼ੁਰੂ ਹੋ ਗਿਆ, ਬਾਕੀ ਸਾਡੇ ਟੈਸਟ ਵੀ ਨਾਰਮਲ ਆਉਣੇ ਸ਼ੁਰੂ ਹੋਏ, ਤੇ ਡਾਕਟਰ ਐਕਚੁਅਲ 'ਚ ਸਰਪ੍ਰਾਈਜ਼ ਸੀਗੇ ਕਿ ਕੁਝ ਤੇ ਐਸਾ ਕਰ ਰਹੇ ਹੋ। ਉਹਨਾਂ ਨੂੰ ਮੈਂ ਐਕਚੁਅਲ ਤੋਂ ਸਵਾਲ ਪੁੱਛਿਆ ਸੀਗਾ, ਮੈਂ ਕੀ ਤੁਸੀਂ ਉਮੀਦ ਕੀਤੀ ਸੀਗੀ ਕਿ ਮੇਰੀ ਇੰਨੀ ਅੱਛੀ ਰਿਪੋਰਟਸ ਆਉਣਗੀਆਂ, ਤੇ ਉਹਨਾਂ ਦਾ ਜਵਾਬ ਸੀਗਾ ਕਹਿੰਦੇ ਉਮੀਦ ਸੀਗੀ ਲੇਕਿਨ ਇੰਨੀ ਅੱਛੀ ਹੋਣਗੀ ਇਹਦੀ ਉਮੀਦ ਨਹੀਂ ਸੀ। ਅਸੀਂ ਜਦੋਂ ਸਟਾਰਟਿੰਗ ਵੇਲੇ ਸਟੱਡੀ ਕਰਦੇ ਰਹੇ ਉਦੋਂ ਨਾ ਬੜੀਆਂ ਕਥਾਵਾਂ ਪੜ੍ਹਦੇ ਹੁੰਦੇ ਸਾਂ, ਸ੍ਰੀ ਦਰਬਾਰ ਸਾਹਿਬ ਸਰੋਵਰ ਦੇ ਨਾਲ ਵੀ ਜੁੜੀਆਂ ਹੋਈਆਂ ਕਿ ਇੱਥੋਂ ਕਾਲੇ ਕਾਂ ਆਉਂਦੇ ਸੀ ਤਾਂ ਉਹ ਜਦੋਂ ਇਸ਼ਨਾਨ ਕਰਕੇ ਨਿਕਲਦੇ ਸੀ ਬਗਲੇ ਹੋ ਕੇ ਚਿੱਟੇ ਹੋ ਕੇ ਨਿਕਲਦੇ ਸੀ, ਤਾਂ ਤਰਕ ਕਰਨ ਵਾਲਿਆਂ ਨੇ ਜਦੋਂ ਕੋਈ ਵਿਚਾਰ ਚਰਚਾ ਕਰਨੀ ਕਿ ਨਹੀਂ ਐਵੇਂ ਨਹੀਂ ਹੁੰਦਾ, ਅੰਮ੍ਰਿਤ ਜਿਹੜਾ ਜਲ ਹੈ ਜਾਂ ਸਰੋਵਰ ਦਾ ਪਾਣੀ ਹੈ, ਕੋਈ ਗੁਰਬਾਣੀ ਪੜ੍ਹਨ ਨਾਲ ਜਾਂ ਇਸ ਤਰ੍ਹਾਂ ਨਹੀਂ ਹੋ ਜਾਂਦਾ। ਇਹ ਸਿਰਫ ਜਦੋਂ ਦੂਰ ਦਰਾਡੇ ਲੋਕ ਗੁਰੂ ਸਾਹਿਬ ਦਰਸ਼ਨ ਕਰਨ ਆਉਂਦੇ ਤਾਂ ਉਹ ਆ ਕੇ ਇੱਥੇ ਫਰੈਸ਼ ਹੁੰਦੇ ਸਨ ਕਿ ਇਸ਼ਨਾਨ ਕਰਕੇ ਫਰੈਸ਼ ਹੋਣਾ, ਇਹਨੂੰ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਜੋੜ ਕੇ ਨਾ ਵੇਖਿਆ ਜਾਵੇ। ਕੋਈ ਇਸ ਤਰ੍ਹਾਂ ਦੇ ਮਨ 'ਚ ਖਿਆਲ ਹੈ ਸਨ? ਮੇਰੇ ਮਨ 'ਚ ਸ਼ੁਰੂ ਕੋਈ ਵੀ ਇਹੋ ਜਿਹੀ ਦੋ ਸੋਚ ਨਹੀਂ ਸੀਗੀ ਅੰਮ੍ਰਿਤ ਨੂੰ ਲੈ ਕੇ, ਕਿਉਂਕਿ ਅੰਮ੍ਰਿਤ ਨੂੰ ਅੰਮ੍ਰਿਤ ਦੀ ਤਰ੍ਹਾਂ ਹੀ ਹਮੇਸ਼ਾ ਲਿੱਤਾ ਹੈ। ਤੇ ਜਿੱਥੇ ਮੈਂ ਨਹੀਂ ਕਹਾਂਗੀ ਹੋਰ ਵੀ ਕੋਈ ਚੀਜ਼, ਕਿਉਂਕਿ ਹਰ ਕਿਸੇ ਦਾ ਆਪਣਾ ਪਰਸਪੈਕਟਿਵ ਹੁੰਦਾ ਲਾਈਫ ਨੂੰ ਦੇਖਣ ਦਾ। ਇੱਕ ਸਿੰਪਲ ਜੀ ਚੀਜ਼ ਹੈ, ਜਿਸ ਜਗ੍ਹਾ ਤੇ ਹਰ ਟਾਈਮ 24 ਘੰਟੇ ਪਾਠ ਚੱਲਦਾ ਹੈ, ਲੋਕੀ ਇੰਨੀਆਂ ਅਰਦਾਸਾਂ ਲੈ ਕੇ ਆਉਂਦੇ ਆ, ਇੰਨੀ ਰੂਹ ਕਹਿੰਦੇ ਖਿੜ ਜਾਂਦੀ ਹੈ ਦਰਬਾਰ ਸਾਹਿਬ ਪੈਰ ਰੱਖਦੇ ਸਾਰੀ, ਤੇ ਉੱਥੋਂ ਦਾ ਮੈਂ ਕਹਿੰਦੀ ਚਰਨ ਧੂੜ ਵੀ ਬਹੁਤ ਵੱਡੀ ਚੀਜ਼ ਆ, ਸਿਰ ਮੱਥੇ ਲੱਗ ਜਾਏ, ਉੱਥੋਂ ਦੀ ਸੇਵਾ ਬਹੁਤ ਵੱਡੀ ਚੀਜ਼ ਆ, ਉੱਥੋਂ ਦਾ ਅੰਮ੍ਰਿਤ ਨੂੰ ਮੈਂ ਐਜ਼ ਅ ਦਵਾਈ ਦੀ ਤਰ੍ਹਾਂ ਮੈਂ ਮੰਨ ਕੇ ਚੱਲਿਆ। ਮੰਨੋ ਤੇ ਕਹਿੰਦੇ ਰੱਬ ਮਿਲਦਾ, ਮੈਂ ਉਹਨੂੰ ਦਵਾਈ ਨਹੀਂ, ਮੈਂ ਉਹਨੂੰ ਅੰਮ੍ਰਿਤ ਮੰਨ ਕੇ ਚੱਲਿਆ। ਤੁਸੀਂ ਦਾ ਐਕਸਪੈਰੀਮੈਂਟ ਹੋ ਗਿਆ ਤੁਹਾਡਾ, ਤੁਸੀਂ ਸ਼ਰਧਾ 'ਚ ਹੋਰ ਵਾਧਾ ਹੋ ਗਿਆ, ਹੋਰ ਵੀ ਲੋਕਾਂ ਨੂੰ ਦੱਸਦੇ ਹੋਵੋਗੇ। ਮੈਂ ਨਾ ਮੇ ਵੀ ਜੇ ਹੋ ਸਕਦਾ ਭੁੱਲਦਾ ਨਾ ਹੋਵਾਂ
ਸੰਤ ਸਿੰਘ ਮਸਕੀਨ ਸਾਡੇ ਕਥਾਵਾਚਕ ਹੋਏ ਨੇ, ਇਤਿਹਾਸਕਾਰ ਹੋਏ ਨੇ, ਉਹਨਾਂ ਨੇ ਇੱਕ ਵਾਰੀ ਇਸ ਤਰ੍ਹਾਂ ਦੇ ਕਿਸੇ ਇਨਸਾਨ ਨੂੰ ਸਟੇਜ ਤੇ ਸ਼ੋਅ ਕੀਤਾ ਸੀ ਕਿ ਉਹ ਸ੍ਰੀ ਦਰਬਾਰ ਸਾਹਿਬ ਆਉਣ ਕਰਕੇ ਉਹਨਾਂ ਦੀ ਵੀ ਕੈਂਸਰ ਦੀ ਜਿਹੜੀ ਸਟੇਜ ਹੈ ਖਤਮ ਹੋ ਚੁੱਕੀ ਸੀ। ਔਰ ਕੁਝ ਲੋਕਾਂ ਨੇ ਬਾਅਦ ਵਿੱਚ ਉੱਤੇ ਸਵਾਲ ਖੜੇ ਕੀਤੇ ਕਿ ਉਸ ਇਨਸਾਨ ਦੀ ਬਾਅਦ ਵਿੱਚ ਜਿਹੜੀ ਡੈਥ ਹੈ ਉਹ ਕੈਂਸਰ ਦੇ ਕਾਰਨ ਹੀ ਹੋਈ ਸੀ, ਕੈਂਸਰ ਠੀਕ ਨਹੀਂ ਸੀ ਹੋਈ। ਕਈ ਵਾਰੀ ਕਹਿੰਦੇ ਕਿ ਅਸੀਂ ਗਲਤ ਪ੍ਰਚਾਰ ਕਰ ਦਿੰਦੇ ਹਾਂ ਆਪਣੇ ਧਰਮ ਨੂੰ ਜਾਂ ਆਪਣੇ ਵਿਰਸੇ ਨੂੰ ਉੱਪਰ ਚੁੱਕਣ ਲਈ। ਕੁਝ ਇਸ ਤਰ੍ਹਾਂ ਦਾ ਤੁਸੀਂ ਮਹਿਸੂਸ ਕਰਦੇ ਹੋ ਜਾਂ ਇਹ ਸੋਚਦੇ ਹੋ ਕਿ ਮੈਂ ਬਿਲਕੁਲ ਠੀਕ ਹੋ ਚੁੱਕੀ ਹਾਂ ਅੰਮ੍ਰਿਤ ਦੇ ਇੱਥੋਂ ਇਸ਼ਨਾਨ ਕਰਨ ਨਾਲ, ਅੰਮ੍ਰਿਤ ਯੂਜ਼ ਕਰਨ ਨਾਲ? ਵੀਰ ਜੀ, ਮੈਂ ਕਿਤੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ, ਤੁਸੀਂ ਇਸ ਧਰਮ ਨੂੰ ਮੰਨੋ, ਜਾਂ ਕਿ ਕਿਤੇ ਮੈਂ ਪ੍ਰਚਾਰ ਕਰਦੀ ਵੀ ਹਾਂ ਧਰਮ ਦਾ। ਇਹੋ ਜਿਹੀ ਮੈਂ ਕਿਤੇ ਵਰਡਸ ਯੂਜ਼ ਨਹੀਂ ਕੀਤੇ। ਰੀਜ਼ਨ ਕੀ ਸੀਗਾ ਇੰਟਰਵਿਊ ਦੇਣ ਦਾ? ਕਿਉਂਕਿ ਹਰ ਕੋਈ ਜਾਣਨਾ ਚਾਹੁੰਦਾ ਸੀਗਾ ਕਿ ਮੇਰੀ ਜਰਨੀ ਕਿਹੋ ਜਿਹੀ, ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਮੇਰੀ ਜਰਨੀ ਆਲਰੇਡੀ ਲੋਕਾਂ ਨੇ ਦੇਖੀ ਆ, ਤੇ ਹਰ ਕੋਈ ਜਾਣਨਾ ਚਾਹੁੰਦਾ ਸੀ। ਮਾੜਾ ਟਾਈਮ ਤੇ ਆਪਾਂ ਦੇਖ ਲਿੱਤਾ, ਬਟ ਰਿਪੋਰਟਸ ਕੀ ਆਈ? ਹਰ ਕੋਈ ਮੇਰੇ ਤੋਂ ਰਿਪੋਰਟਸ ਮੰਗਦਾ ਸੀਗਾ। ਹੁਣ ਮੈਂ ਹਰ ਕਿਸੇ ਨੂੰ ਆਪਣਾ ਨਹੀਂ ਦੱਸ ਸਕਦੀ ਸੀਗੀ। ਸੋਸ਼ਲ ਮੀਡੀਆ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਤੁਸੀਂ ਜ਼ਿਆਦਾਤਰ ਲੋਕਾਂ ਤੱਕ ਪਹੁੰਚ ਸਕਦੇ ਹੋ। ਰੀਜ਼ਨ ਇਹ ਸੀਗਾ ਇੰਟਰਵਿਊ ਦੇਣ ਦਾ ਕਿ ਲੋਕਾਂ ਨੂੰ ਪਤਾ ਚੱਲੇ ਕਿ ਜਿਹੜੇ ਆਲਟਰਨੇਟਿਵ ਟ੍ਰੀਟਮੈਂਟਸ ਹੈਗੇ ਨੇ ਉਹ ਤੁਹਾਡੇ ਸਰੀਰ ਨੂੰ ਕਿੰਨਾ ਖਰਾਬ ਕਰ ਸਕਦੇ ਨੇ। ਪ੍ਰੋਪਰ ਟ੍ਰੀਟਮੈਂਟ ਨਾ ਮਿਲਣ ਦੇ ਨਾਲ ਕਨਫਰਮਡ ਬੰਦਾ ਕੈਂਸਰ ਦੇ ਨਾਲ ਮਰੇਗਾ ਹੀ ਮਰੇਗਾ, ਨਹੀਂ ਬਚ ਸਕਦਾ। ਕੋਈ ਵੀ ਬਿਮਾਰੀ ਆਉਣ ਦੇ ਨਾਲ ਤੁਹਾਨੂੰ ਮੈਂਟਲੀ ਬਹੁਤ ਸਟਰੋਂਗ ਹੋਣਾ ਪੈਂਦਾ। ਮੈਂਟਲੀ ਸਟਰੋਂਗ ਤੁਸੀਂ ਕਦੋਂ ਹੁੰਦੇ ਹੋ? ਜਦੋਂ ਤੁਸੀਂ ਆਪਣੇ ਰੱਬ ਨਾਲ ਕਨੈਕਟ ਕਰਦੇ ਹੋ। ਮੈਂ ਨਹੀਂ ਕਹਿੰਦੀ ਤੁਸੀਂ ਦਰਬਾਰ ਸਾਹਿਬ ਕਨੈਕਟ ਕਰੋ, ਤੁਸੀਂ ਕਿਤੇ ਵੀ, ਤੁਸੀਂ ਜਿਹੜੇ ਰੱਬ ਨੂੰ ਮੰਨਦੇ ਹੋ, ਤੁਸੀਂ ਪੂਰਾ 100% ਸ਼ਰਧਾ ਨਾਲ ਉਹਨੂੰ ਮੰਨੋ, ਤੇ ਮੈਂ ਕਹਿੰਦੀ ਹਾਂ ਰੱਬ ਨੇੜੇ ਹੋ ਕੇ ਸੁਣਦਾ ਆ। ਤਾਂ ਗੁਰੂ ਸਾਹਿਬ ਕਹਿੰਦੇ ਨੇ ਰੱਬ ਇੱਕ ਹੈ। ਮੈਂ ਨਹੀਂ ਮੰਨਦੀ ਕਿ ਬਹੁਤ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਨੇ, ਬਹੁਤ ਸਾਰੇ ਧਰਮ ਬਣੇ ਹੋਏ ਨੇ। ਹਿਊਮੈਨਿਟੀ ਬਹੁਤ ਵੱਡਾ ਧਰਮ ਆ ਜਿਹਦੇ ਲਈ ਆਪਾਂ ਸਰਬੱਤ ਦਾ ਭਲਾ ਮੰਗਦੇ ਆ। ਆਪਾਂ ਇਹ ਨਹੀਂ ਮੰਗਦੇ ਸਿੱਖਾਂ ਦਾ ਭਲਾ ਕਰੋ, ਆਪਾਂ ਕਹਿੰਦੇ ਸਰਬੱਤ ਦਾ ਭਲਾ ਕਰੋ। ਤੇ ਇਹੀ ਮੇਰਾ ਜਵਾਬ ਹੋਏਗਾ ਉਹਨਾਂ ਸਾਰਿਆਂ ਲਈ। ਹੁਣ ਕਿਵੇਂ ਦਾ ਘਰ, ਕਿਵੇਂ ਦਾ ਮਾਹੌਲ ਹੈ ਪਰਿਵਾਰ ਚ, ਕਿਵੇਂ ਦਾ ਰਿਸ਼ਤੇਦਾਰਾਂ ਚ, ਕਿਵੇਂ ਦਾ? ਬੇਟੀ ਕਿਵੇਂ ਤੁਹਾਨੂੰ ਜਿਹੜਾ ਫੇਸ ਕਰਦੀ ਪਈ? ਬੇਟੀ ਬਹੁਤ ਖੁਸ਼ ਹੈਗੀ ਹੈ। ਉਹ ਐਕਚੁਅਲ ਚ ਜਿੱਥੇ ਜਾਂਦੀ ਹੈ ਸਾਰਿਆਂ ਨੂੰ ਕਹਿੰਦੀ ਹੈ ਮੈਂ ਮੰਮਾ ਨੂੰ ਠੀਕ ਕੀਤਾ, ਤੇ ਉਹ ਬਚਪਨਾ ਹੈਗਾ ਉਹਦੇ ਵਿੱਚ। ਤੇ ਘਰ ਪਰਿਵਾਰ ਸਾਰੇ ਬਹੁਤ ਜ਼ਿਆਦਾ ਖੁਸ਼ ਹੈਗੇ ਆ। ਇਨਫੈਕਟ ਉਹ ਜ਼ਿਆਦਾ ਖੁਸ਼ ਇਸ ਕਰਕੇ ਆ ਕਿ ਮੈਂ ਆਪਣੀ ਜਰਨੀ ਸ਼ੇਅਰ ਕਰਦੀ ਪਈ ਹਾਂ। ਐਜ਼ ਅ ਸੋਸ਼ਲ ਐਕਟਿਵਿਸਟ ਮੇਰੀ ਰਿਸਪੌਂਸਿਬਿਲਿਟੀ ਆ ਕਿ ਮੈਂ ਸਮਾਜ ਦਾ ਸੁਧਾਰ ਤੇ ਉਦੋਂ ਕਰ ਪਾਉਂਗੀ ਜੇ ਮੇਰੇ ਕੋਲ ਸੋਰਸਿਸ ਹੋਣਗੇ, ਠੀਕ ਹੈ। ਬਟ ਜੋ ਮੈਂ ਹੱਡ ਬੀਤੀ ਐਟਲੀਸਟ ਉਹ ਲੋਕਾਂ ਦੇ ਸਾਹਮਣੇ ਰੱਖ ਸਕਦੀ ਹਾਂ ਕਿ ਇਹ ਪ੍ਰੋਬਲਮਸ ਨੂੰ ਮੈਂ ਇਸ ਤਰੀਕੇ ਟ੍ਰੀਟ ਕੀਤਾ। ਤੇ ਉਹਦੇ ਲਈ ਇੰਨੇ ਲੋਕਾਂ ਦੇ ਮੈਸੇजेस ਇੰਨੇ ਆ ਰਹੇ ਹੈ ਕਿ ਉਹਨਾਂ ਨੂੰ ਜਰਨੀ ਮੇਰੀ ਸਾਰੇ ਇੰਟਰਵਿਊ ਦੇਖ ਕੇ ਇੱਕ ਉਮੀਦ ਬਣੀ ਆ। ਕਹਿੰਦੇ ਕਿਸੇ ਦਾ ਜ਼ਿਆਦਾ ਦੁੱਖ ਦੇਖ ਕੇ ਆਪਣਾ ਦੁੱਖ ਛੋਟਾ ਲੱਗਦਾ, ਤੇ ਮੈਨੂੰ ਲੋਕੀ ਕਹਿੰਦੇ ਆ ਕਿ ਤੁਸੀਂ ਜੇ ਐਡੀ ਮਾੜੀ ਕੰਡੀਸ਼ਨ ਚੋਂ ਨਿਕਲ ਸਕਦੇ ਹੋ, ਸਾਡਾ ਦੁੱਖ ਦੇ ਅੱਗੇ ਕੁਝ ਵੀ ਨਹੀਂ ਲੱਗਦਾ। ਸਾਨੂੰ ਇੱਕ ਹਿੰਮਤ ਮਿਲਦੀ ਆ। ਹੁਣ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਠੀਕ ਹੋ ਚੁੱਕੇ ਹੋ। ਹੁਣ ਤੇ ਲੋਕਾਂ ਨੂੰ ਇਹ ਕਹਿਣ ਜੋਗੇ ਹੋ ਗਏ ਹੋ ਕਿ ਜੇ ਦਰਬਾਰ ਸਾਹਿਬ ਕੋਈ ਜਾਂਦਾ ਤਾਂ ਉਹ ਆਸ ਲੈ ਕੇ ਜਾਂਦਾ ਹੈ ਜਾਂ ਦਿਲੋਂ ਅਰਦਾਸ ਕਰਕੇ ਜਾਂਦਾ ਤਾਂ ਉਹ ਠੀਕ ਵੀ ਹੋ ਸਕਦਾ। ਬਿਲਕੁਲ ਠੀਕ ਹੋ ਸਕਦਾ ਜੀ। ਮੇਰਾ ਵਿਸ਼ਵਾਸ, ਮੈਂ ਕਹਿੰਦੀ ਹਾਂ, ਨਾ ਪਹਿਲੇ ਡੋਲਿਆ, ਨਾ ਅੱਜ ਡੋਲਿਆ, ਤੇ ਨਾ ਕਦੇ ਡੋਲੇਗਾ। ਔਰ ਦਰਬਾਰ ਸਾਹਿਬ ਡੈਫੀਨੇਟਲੀ ਮੈਂ ਕਹਾਂਗੀ, ਕਹਿੰਦੇ ਕੋਤਕ ਸੁਣੇ ਸੀਗੇ ਵੱਡੇ ਸਿਆਣੇ, ਸਾਡੀ ਬੀਬੀਆਂ ਸਾਨੂੰ ਸੁਣਾਉਂਦੀਆਂ ਸੀਗੀਆਂ ਕਿ ਇਦਾਂ ਹੁੰਦਾ ਸੀਗਾ, ਉਹ ਸਾਡਾ ਗਿਆ ਤੇ ਉਹਨੂੰ ਇਦਾਂ ਹੋ ਗਿਆ। ਬਟ ਹੱਡ ਬੀਤੀ ਆ, ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਜਿੰਨੇ ਲੋਕਾਂ ਨੂੰ ਮੈਂ ਦੱਸ ਸਕਾਂ, ਤੇ ਲੋਕੀ ਆ ਕੇ ਆਪਣਾ, ਮੈਂ ਮੇਰਾ ਮੰਨਣਾ ਹੈ ਖਜ਼ਾਨਾ ਇਹ ਬੈਂਕ ਹੈ ਸਾਡਾ। ਸਿਰਫ ਤੁਹਾਨੂੰ ਮੰਗਣਾ ਆਉਣਾ ਚਾਹੀਦਾ, ਤੁਸੀਂ ਕਿਸ ਤਰੀਕੇ ਮੰਗਣਾ, ਤੁਹਾਨੂੰ ਸਾਰੀਆਂ ਦਾਤਾਂ ਇੱਥੋਂ ਮਿਲਦੀਆਂ। ਮੈਂ ਇੰਨਾ ਹੀ ਤੁਸੀਂ ਰਿਪੋਰਟਸ ਵੀ ਕੋਈ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ? ਰਿਪੋਰਟਸ ਡੈਫੀਨੇਟਲੀ ਕਰ ਸਕਦੀ ਹਾਂ। ਐਟ ਪ੍ਰੈਜ਼ੈਂਟ ਮੇਰੇ ਕੋਲ ਨਹੀਂ ਹੈ, ਬਟ ਮੈਂ ਸ਼ੇਅਰ ਕਰ ਸਕਦੀ ਹਾਂ। ਮਾਰਚ ਦੇ ਵਿੱਚ ਜਦੋਂ ਡਾਇਰੈਕਟ ਹੋਇਆ ਸੀਗਾ ਉਦੋਂ ਕੀ ਕੰਡੀਸ਼ਨ ਸੀਗੀ, ਔਰ ਪੈਟ ਸਕੈਨ ਜਿਹੜਾ ਹੁਣ ਆਇਆ ਉਹਦੇ ਵਿੱਚ ਕੀ ਕੰਡੀਸ਼ਨ ਹੈਗੀ ਹੈ। ਤੁਸੀਂ ਕੋਈ ਸਟਾਰਟਿੰਗ 'ਚ ਕਹਿ ਰਹੇ ਹੋ ਕੋਈ ਸ਼ੋਅ ਕਰਨਾ ਚਾਹੁੰਦੇ ਹੋ ਕਿ ਇਸ ਨੂੰ ਅੱਗੇ ਲੈ ਕੇ ਕਿਵੇਂ ਜਾਣਾ, ਲੋਕਾਂ 'ਚ ਕਿਵੇਂ ਪਹੁੰਚਾਉਣਾ? ਮੇਰਾ ਮੰਨਣਾ ਹੈ ਕਿ ਮੈਨੂੰ ਸਵਾਸ ਜਿਹੜੇ ਹੈਗੇ ਆ ਗੁਰੂ ਰਾਮਦਾਸ ਜੀ ਨੇ ਬਖਸ਼ੇ ਆ ਮੇਰੀ ਡਾਟਰ ਦੀ ਅੱਗੇ ਹੋਰ ਦੇਖਭਾਲ ਕਰਨ ਲਈ, ਉਹਦੀ ਪਰਵਰਿਸ਼ ਕਰਨ ਲਈ। ਉਹਦੇ ਨਾਲ ਨਾ ਮੈਨੂੰ ਲੱਗਦਾ ਹੈ ਕਿ ਲਾਈਫ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹ ਤੁਹਾਨੂੰ ਕੁਝ ਸਿਖਾਉਣ ਲਈ ਆਉਂਦੀ ਹੈ। ਮੈਂ ਇੱਕ ਪਹਿਲ ਸ਼ੁਰੂ ਕਰ ਰਹੀ ਹਾਂ ਸਵਾਸ ਦੇ ਨਾਮ ਤੋਂ। ਸਵਾਸ, ਐਵਰੀ ਬ੍ਰੈਥ ਕਾਊਂਟ। ਹਰ ਇੱਕ ਸਾਹ ਤੁਹਾਡਾ ਜਿਹੜਾ ਬਹੁਤ ਕੀਮਤੀ ਆ, ਉਹਨੂੰ ਇੱਕ ਵਾਈਜ਼ਲੀ ਤਰੀਕੇ ਨਾਲ ਅਗਰ ਆਪਾਂ ਯੂਜ਼ ਕਰੀਏ ਲੋਕਾਂ ਦੇ ਭਲੇ ਲਈ, ਉਹ ਬਹੁਤ ਇੱਕ ਅੱਛੀ ਮੈਨੂੰ ਲੱਗਦਾ ਕਿ ਕੋਸ਼ਿਸ਼ ਹੋਏਗੀ ਮੇਰੇ ਵੱਲੋਂ। ਕਿਉਂਕਿ ਮੈਂ ਹਰ ਕਿਸੇ ਨੂੰ ਪਰਸਨਲੀ ਰੀਚ ਨਹੀਂ ਕਰ ਸਕਦੀ। ਮੇਰੇ ਕੋਲ ਹਜ਼ਾਰੋਂ ਮੈਸੇजेस, ਹਜ਼ਾਰੋਂ ਮੇਲਸ ਆਈਆਂ ਲੋਕਾਂ ਦੀਆਂ ਜੋ ਟ੍ਰੀਟਮੈਂਟ ਜਾਣਨਾ ਚਾਹੁੰਦੇ ਨੇ, ਜੋ ਮੇਰੀ ਡਾਈਟ ਜਾਣਨਾ ਚਾਹੁੰਦੇ ਨੇ, ਜੋ ਲਾਈਫ ਸਟਾਈਲ ਜਾਣਨਾ ਚਾਹੁੰਦੇ ਨੇ ਕਿ ਪਹਿਲੇ ਕੀ ਸੀਗਾ ਔਰ ਤੁਸੀਂ ਕੀ ਚੇਂਜਸ ਲੈ ਕੇ ਆਏ। ਉਹ ਸਾਰਿਆਂ ਲਈ ਮੈਂ ਇਹੀ ਕਹਾਂਗੀ ਕਿ ਸਵਾਸ ਬਾਈ ਗੁਰਵਿੰਦਰ ਕੌਰ YouTube
YouTube ਚੈਨਲ Instagram ਤੇ ਹਰ ਜਗ੍ਹਾ ਮੈਂ ਆਪਣੀ ਜਰਨੀ ਸ਼ੇਅਰ ਕਰਾਂਗੀ। ਜਿੰਨੇ ਲੋਕੀ ਮੈਨੂੰ ਕੰਟੈਕਟ ਕਰਨਾ ਚਾਹੁੰਦੇ ਨੇ ਤੁਸੀਂ ਉੱਥੇ ਪਹੁੰਚ ਸਕਦੇ ਹੋ, ਤੁਸੀਂ ਉੱਥੇ ਮੇਰੇ ਤੋਂ ਸਵਾਲ ਪੁੱਛ ਸਕਦੇ ਹੋ। ਡੈਫੀਨਿਟਲੀ ਮੈਂ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ। ਗੁਰਵਿੰਦਰ ਜੀ, ਸ਼ੁਭਕਾਮਨਾਵਾਂ ਨੇ ਕਿ ਤੁਹਾਨੂੰ ਪ੍ਰਮਾਤਮਾ ਵੱਲੋਂ ਨਵਾਂ ਜੀਵਨ ਦਾਨ ਮਿਲਿਆ ਔਰ ਤੁਸੀਂ ਇਹਨੂੰ ਜਿਹੜਾ ਮਾਨਵਤਾ ਦੇ ਭਲੇ ਲਈ ਜ਼ਰੂਰ ਲਗਾਓਗੇ। पूरी उम्मीद कोशिश यही रहेगी जी। हर एक श्वास नाम रखने का रीजन यही है कि मैनू श्वास महाराज ने किसी रीजन नाल बख्शे ने और मैं वो रीजन नू परखण की कोशिश करती रहांगी कि वो की आ एंड सर्टनली लोगों का जिन्ना कोशिश हो सके भला करती रहांगी। धन्यवाद है जी, बहुत बहुत। सो दोस्तों, गुरबाणी का पवित्र वाक है कि सतगुर बाजो मार जवाल ना सके कोई। परमात्मा के हथ वस सब जिहड़ी पावर है वो मनुख नूं कहंदे ने जे मार सकता है ਤਾਂ ਉਹ ਜਵਾਲ ਵੀ ਉਸੇ ਟਾਈਮ ਸਕਦਾ ਹੈ। ਸੋ ਆਸਥਾ ਸ਼ਰਧਾ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਆਪਣੇ ਧਾਰਮਿਕ ਅਕੀਦਿਆਂ ਨਾਲ, ਆਪਣੀਆਂ ਧਾਰਮਿਕ ਸੰਸਥਾਵਾਂ ਜਾਂ ਆਪਣੇ ਧਾਰਮਿਕ ਕੇਂਦਰ ਨੇ ਜਿਹੜੇ ਉਹਨਾਂ ਤੇ ਬਣੀ ਰਵੇ ਔਰ ਅਸੀਂ ਜਿਹੜਾ ਆਪਣਾ ਅਧਿਆਤਮਿਕ ਤੌਰ ਤੇ ਵੀ ਔਰ ਦੁਨਿਆਵੀ ਤੌਰ ਤੇ ਵੀ ਜੀਵਨ ਜਿਹੜਾ ਆ ਉਹ ਸੁਖੀ ਬਤੀਤ ਕਰ ਸਕੀਏ। ਸੋ ਤੁਸੀਂ ਰਹਿਮਤ ਤੇ ਸਰਕਾਬ ਟੀਵੀ ਨਾਲ ਜੁੜੇ ਰਹਿਣਾ। ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਹੋਰ ਵੀ ਜਿਹੜੀਆਂ ਅਰਥ ਭਰਪੂਰ ਖਬਰਾਂ ਨੇ ਉਹ ਲੈ ਕੇ ਤੁਹਾਡੇ ਜਲਦ ਰੂਬਰੂ ਹੋਈਏ। ਸੋ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਸਾਹਿਬ ਸਿੰਘ ਦੇ ਨਾਲ ਗੁਰਿੰਦਰ ਸਿੰਘ ਬਾਠ, ਬਹੁਤ ਬਹੁਤ ਧੰਨਵਾਦ।